वाहिगुरु जी का खालसा वाहिगुरु जी की फतेह। सन्मानयोग सत्कारयोग गुरु सवारे गुरु प्यारे सत्संगियो, आप सारिਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਦੀ ਗੁਰਮਤਿ ਕਲਾਸ ਵਿੱਚ ਅਸੀਂ ਸ਼ਬਦ ਵਿਚਾਰ ਪ੍ਰੈਜੈਂਟੇਸ਼ਨ ਜੋ ਸ਼ਬਦ ਭਗਤ ਬਾਣੀ ਵਿੱਚੋਂ ਅਸੀਂ ਸ਼ੁਰੂ ਕੀਤੇ ਹਨ, ਜਿਹੜੇ ਔਖੇ ਸ਼ਬਦ ਹਨ। ਭਗਤ ਬਾਣੀ ਦੀ ਕੰਪਲੀਟ ਅਸੀਂ ਸ਼ਬਦ ਨਹੀਂ ਲੈ ਰਹੇ। ਜਿਹੜੇ ਸ਼ਬਦ ਸਮਝਣ ਵਿੱਚ ਥੋੜੀ ਜਿਹੀ ਅਖਿਆਈ ਹੈ ਜਾਂ ਮੁਸ਼ਕਲ ਆਉਂਦੀ ਹੈ, ਜੋ ਪੈਨਲ ਮੈਂਬਰਸ ਨੇ ਬੈਠ ਕੇ ਕੁਝ ਸ਼ਬਦਾਂ ਦਾ ਨਿਰਣਾ ਕੀਤਾ ਹੈ, ਤਾਂ ਉਹਨਾਂ ਸ਼ਬਦਾਂ ਦੀ ਵਿਚਾਰ ਅਸੀਂ ਸ਼ੁਰੂ ਕੀਤੀ ਹੈ। ਅੱਜ ਦੀ ਇਹ ਸ਼ਬਦ ਵਿਚਾਰ ਵੀਰ MP ਸਿੰਘ ਜੀ ਕਰਨਗੇ। ਅਚਰਜ ਏਕ ਸੁਨੋਰੇ ਪੰਡਿਆ ਸ਼੍ਰੀ ਰਾਗ ਦਾ ਸ਼ਬਦ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ। ਤਾਂ ਮੈਂ ਵੀਰ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਸਲਾਈਡ ਪ੍ਰੈਜੈਂਟੇਸ਼ਨ ਕਿਰਪਾ ਕਰਕੇ ਸ਼ੁਰੂ ਕਰਨ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਨੂੰ। ਆਓ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਸਰਵਣ ਕਰੀਏ ਜੀ। करता पुरख ਅੱਜ ਦਾ ਜੋ ਰਿਪਰੈਜ਼ੈਂਟੇਸ਼ਨ ਹੈ, ਇਸ ਦਾ ਸਿਰਲੇਖ ਸ਼ਬਦ ਦੀ ਪਹਿਲੀ ਪੰਕਤੀ ਦੇ ਜੋ ਲਫ਼ਜ਼ ਹਨ ਉਹਨਾਂ ਦੇ ਵਿੱਚੋਂ ਹੀ ਲਿਆ ਗਿਆ ਹੈ। ਅਚਰਜ ਏਕ ਸੁਨੋ। ਜਿਸ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ ਉਹ ਭਗਤ ਕਬੀਰ ਜੀ ਦਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 92 ਦੇ ਉੱਪਰ ਸੁਸ਼ੋਭਿਤ ਹੈ। ਸ਼ਬਦ ਦੀ ਆਰੰਭਤਾ ਜਿਹੜੀ ਹੈ ਉਹ ਇਹਨਾਂ ਲਫ਼ਜ਼ਾਂ ਤੋਂ ਹੁੰਦੀ ਹੈ ਕਿ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ। ਉਹ ਜਿੱਥੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸ਼ਬਦ ਭਗਤ ਕਬੀਰ ਜੀ ਨੇ ਕਿਸੇ ਪੰਡਤ ਵਿਦਵਾਨ ਦੇ ਨਾਲ ਗੱਲਬਾਤ ਕਰਨ ਦੇ ਸੰਬੰਧ ਦੇ ਵਿੱਚ ਉਹਨੂੰ ਕੁਝ ਸਮਝਾਉਣ ਦੇ ਵਾਸਤੇ ਉਚਾਰਨ ਕੀਤਾ ਹੈ। ਔਰ ਸ਼ਬਦ ਦੇ ਅੰਦਰ ਜੋ ਸ਼ਬਦਾਵਲੀ ਆਉਂਦੀ ਹੈ, ਜਿਹੜੀਆਂ ਗੱਲਾਂ ਭਗਤ ਕਬੀਰ ਜੀ ਨੇ ਮਿਸਾਲ ਦੇ ਤੌਰ ਦੇ ਉੱਤੇ ਵਰਤੀਆਂ ਹਨ ਸਮਝਾਉਣ ਵਾਸਤੇ, ਉਹਨਾਂ ਤੋਂ ਵੀ ਇਹ ਗੱਲ ਦਾ ਅੰਦਾਜ਼ਾ ਲੱਗਦਾ ਹੈ ਕਿ ਜਿਸ ਪੰਡਿਤ ਨੂੰ ਜਾਂ ਜਿਸ ਵਿਦਵਾਨ ਨੂੰ ਭਗਤ ਕਬੀਰ ਜੀ ਸਮਝਾ ਰਹੇ ਹਨ ਉਹਦਾ ਯੋਗ ਮਤ ਦੇ ਵਿੱਚ ਕੁਝ ਭਰੋਸਾ ਹੈ। ਉਹ ਯੋਗ ਮਤ ਦੀ ਕਿਰਿਆਵਾਂ ਅਤੇ ਉਹਨਾਂ ਦੀ ਪ੍ਰਚਲਿਤ ਮਰਿਆਦਾ ਦੇ ਅਨੁਸਾਰ ਸ਼ਰਾਬ ਆਦਿ ਦਾ ਸੇਵਨ ਕਰਨ ਦੇ ਵਿੱਚ
ਵਿਸ਼ਵਾਸ ਰੱਖਦਾ ਹੈ ਉਹ ਇਸ ਗੱਲ ਨੂੰ ਸ਼ਾਇਦ ਮਹਿਸੂਸ ਕਰਦਾ ਹੈ ਕਿ ਸ਼ਰਾਬ ਪੀ ਕੇ ਤੇ ਕੁਝ ਐਸੀ ਅਵਸਥਾ ਬਣ ਜਾਂਦੀ ਹੈ ਜਿਹਦੇ ਵਿੱਚ ਲਿਵ ਜੁੜ ਜਾਂਦੀ ਹੈ, ਧਿਆਨ ਜੁੜ ਜਾਂਦਾ ਹੈ। ਇਸ ਤਰੀਕੇ ਦੇ ਵਿਸ਼ਵਾਸ ਪ੍ਰਚਲਿਤ ਰਹੇ ਹਨ। ਅੱਜ ਵੀ ਐਸੇ ਕਈ ਤੁਰਦੇ ਫਿਰਦੇ ਸਾਧ ਐਸੇ ਮਿਲਦੇ ਹਨ ਜੋ ਨਸ਼ਿਆਂ ਦਾ ਸੇਵਨ ਕਰਦੇ ਹਨ ਤੇ ਇਹ ਕਲੇਮ ਕਰਦੇ ਹਨ ਕਿ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਰੱਬ ਨਾਲ ਜੁੜਦੀ ਹੈ। ਕਿੰਨੀ ਕੁ ਜੁੜਦੀ ਹੈ ਇਹਦਾ ਅੰਦਾਜ਼ਾ ਤਾਂ ਉਹਨਾਂ ਨੂੰ ਆਪ ਨੂੰ ਹੀ ਹੋਏਗਾ, ਪਰ ਉਹਨਾਂ ਦੇ ਆਚਰਣ ਤੋਂ, ਉਹਨਾਂ ਦੇ ਕਾਰ ਵਿਹਾਰ ਤੋਂ ਜੋ ਅੰਦਾਜ਼ਾ ਲੱਗਦਾ ਹੈ ਉਹਦੇ ਵਿੱਚ ਇਸ ਗੱਲ 'ਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ। ਉਹ ਇਸ ਤੋਂ ਪਹਿਲਾਂ ਕਿ ਅਸੀਂ ਸ਼ਬਦ ਦੀ ਵਿਚਾਰ ਆਰੰਭ ਕਰੀਏ, ਆਓ ਇੱਕ ਵਾਰੀ ਪਹਿਲਾ ਸ਼ਬਦ ਦਾ ਗਾਇਨ ਸਰਵਨ ਕਰੀਏ ਜੀ। ਸ੍ਰੀ ਰਾਮ ਭਗਤ ਕਬੀਰ ਜੀ। राजा राम अनहद की गुरी बाजे, राजा राम अनहद की गुरी बाजे, जाकी दिस्त नाद लिव लागे, राजा राम अनहद की गुरी बाजे। अचरज एक सुनो रे पंडिया, अचरज एक सुनो रे पंडिया, अब किछ कहन ना जाई, सुर नार गन गंधर्व जिन मोहे, सुर नार गन गंधर्व जिन मोहे, त्रिभुवन में खुली लाई, राजा राम अनहद की गुरी बाजे, राजा राम अनहद की गुरी बाजे, जाकी दृष्ट नाद लिव लागे, राजा राम अनहद की गुरी बाजे। पाठी गगन सिंगियार चुंगिया, पाठी गगन सिंगियार चुंगिया, कनक कलश एक पाया, तिस में तार चुएत निर्मल, तिस में तार चुएत निर्मल, रस में रसन चुआया, राजा राम अनहद की गुरी बाजे, राजा राम अनहद की गुरी बाजे, जाकी दिष्ट नाद लिव लागे, राजा राम अनहद की गुरी बाजे। एक जो बात अनूप बनी है, एक जो बात अनूप बनी है, पवन प्याला साजिया, तीन पवन में एको
ऐसे ज्ञान प्रगट्या पुरखोत्तम, ऐसे ज्ञान प्रगट्या पुरखोत्तम, कहो कबीर रंग राता, और दुनी सब परम फुलानी, और दुनी सब परम फुलानी, मन राम रसायन माता, मन राम रसायन माता, राजा राम अनहद की गुरी बाजे, राजा राम अनहद की गुरी बाजे, बाजे, बाजे। ਸੋ ਸ਼ਬਦ ਦੀ ਜੋ ਰਾਹੋਂ ਦੀ ਪੰਕਤੀ ਹੈ, ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੇ। ਅਨਹਦ ਦਾ ਭਾਵ ਹੈ ਇੱਕ ਰਸ, ਬਿਨਾਂ ਕਿਸੇ ਜ਼ੋਰ ਦੇ, ਬਿਨਾਂ ਕਿਸੇ ਐਫਰਟ ਦੇ, ਬਿਨਾਂ ਵਜਾਇਆ। ਇਹ ਗੱਲ ਤਾਂ ਅਸੀਂ ਸਾਰੇ ਸਮਝਦੇ ਹੀ ਹਾਂ ਕਿ ਦੁਨੀਆ ਦੇ ਵਿੱਚ ਜਿੰਨੀਆਂ ਵੀ ਅਸੀਂ ਆਵਾਜ਼ਾਂ ਸੁਣਦੇ ਹਾਂ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਯਤਨ ਹੁੰਦਾ ਹੈ, ਕੋਈ ਆਹਟ ਹੁੰਦੀ ਹੈ, ਦੋ ਚੀਜ਼ਾਂ ਦਾ ਟਕਰਾਅ ਹੁੰਦਾ ਹੈ ਤਾਂ ਆਵਾਜ਼ ਪੈਦਾ ਹੁੰਦੀ ਹੈ। ਔਰ ਜਿਹੜੀ ਆਵਾਜ਼ ਦੁਨਿਆਵੀ ਆਵਾਜ਼ ਪੈਦਾ ਹੁੰਦੀ ਹੈ ਦੋ ਚੀਜ਼ਾਂ ਦੇ ਟਕਰਾਅ ਤੋਂ, ਉਹਦੀ ਟਰਾਂਸਮਿਸ਼ਨ, ਉਹ ਜੋ ਪ੍ਰੋਪੀਗੇਸ਼ਨ ਹੁੰਦੀ ਹੈ, ਉਹ ਜੋ ਸਫ਼ਰ ਕਰਦੀ ਹੈ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ, ਉਹਦੇ ਵਾਸਤੇ ਵੀ ਉਸਨੂੰ ਇੱਕ ਮੀਡੀਅਮ ਕੋਈ ਚਾਹੀਦਾ ਹੁੰਦਾ ਹੈ, ਹਵਾ ਚਾਹੀਦੀ ਹੈ, ਐਟਮੋਸਫੀਅਰ ਚਾਹੀਦਾ ਹੈ ਜਿਹਦੇ ਵਿੱਚ ਉਹ ਟਰੈਵਲ ਕਰਦੀ ਹੈ। ਉਸ ਆਵਾਜ਼ ਦੀ ਵੀ ਆਪਣੀ ਇੱਕ ਲਿਮਿਟ ਹੁੰਦੀ ਹੈ ਕਿ ਕਿੰਨੀ ਦੂਰ ਤੱਕ ਉਹ ਜਾ ਸਕਦੀ ਹੈ, ਉਹਦਾ ਕਿੰਨਾ ਜ਼ੋਰ ਹੁੰਦਾ ਉਸਨੂੰ ਪੈਦਾ ਕਰਨ ਦੇ ਵਿੱਚ, ਤੇ ਕੁਝ ਡਿਸਟੈਂਸ ਤੋਂ ਬਾਅਦ ਉਹ ਆਵਾਜ਼ ਜਿਹੜੀ ਹੈ ਉਹਦਾ ਵੋਲਿਊਮ ਇੰਨਾ ਘਟ ਜਾਂਦਾ ਹੈ ਕਿ ਉਹ ਸੁਣਾਈ ਨਹੀਂ ਦਿੰਦੀ। ਪਰ ਇਹ ਅਨਹਦ ਜੋ ਆਵਾਜ਼ ਜਿਸ ਦਾ ਜ਼ਿਕਰ ਇਸ ਬਾਣੀ ਦੇ ਵਿੱਚ ਹੋ ਰਿਹਾ ਹੈ, ਔਰ ਹੋਰ ਵੀ ਅਨੇਕਾਂ ਸ਼ਬਦਾਂ ਦੇ ਵਿੱਚ ਅਨਹਦ ਸ਼ਬਦ ਦੀ ਗੱਲ ਕੀਤੀ ਗਈ ਹੈ, ਇਹ ਐਸੀ ਆਵਾਜ਼ ਦੀ ਗੱਲ ਹੈ ਜਿਹੜੀ ਕਿਸੇ ਇਨਸਾਨ ਦੀ ਪੈਦਾ ਕੀਤੀ ਹੋਈ ਨਹੀਂ ਹੈ। तो फिर समझण वाली गल है कि आवाज़ पैदा ਹੁੰਦੀ ਕਿਵੇਂ ਹੈ। ਅਸਲ ਦੇ ਵਿੱਚ ਇਹ ਆਵਾਜ਼ ਦੇ ਨਾਲ ਇਹਦਾ ਜੋ ਮੇਲ ਹੈ ਇਹ ਸਿਰਫ ਗੱਲ ਨੂੰ ਸਮਝਾਉਣ ਦੇ ਤਰੀਕੇ ਵਾਸਤੇ ਹੈ। ਅਨਹਦ ਨਾਦ ਜਦੋਂ ਕਿਹਾ ਜਾਂਦਾ ਹੈ ਕਿ ਐਸਾ ਨਾਦ, ਐਸੀ ਆਵਾਜ਼ ਜਿਹੜੀ ਬਿਨਾਂ ਕਿਸੇ ਆਹਟ ਦੇ, ਬਿਨਾਂ ਕਿਸੇ ਐਫਰਟ ਦੇ, ਬਿਨਾਂ ਯਤਨ ਦੇ ਪੈਦਾ ਹੁੰਦੀ ਹੈ। ਅਸਲ ਵਿੱਚ ਉਹ ਇਸ਼ਾਰਾ ਹੁੰਦਾ ਹੈ ਪਰਮਾਤਮਾ ਦੇ ਉਸ ਹੁਕਮ ਦੀ ਜੋ ਕਿਰਿਆ ਹੋ ਰਹੀ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ, ਉਸ ਦੀ ਪ੍ਰੈਜ਼ੈਂਸ ਨੂੰ ਇੰਡੀਕੇਟ ਕਰਨ ਦੇ ਵਾਸਤੇ ਸ਼ਬਦਾਵਲੀ ਇਸਤੇਮਾਲ ਕੀਤੀ ਜਾਂਦੀ ਹੈ ਅਨਹਦ ਨਾਦ। ਆਮ ਤੌਰ ਤੇ ਕਿਸੇ ਦਾ ਹੁਕਮ, ਰਾਜੇ ਦਾ ਵੀ ਕਿਸੇ ਹੋਰ ਰੂਲਰ ਦਾ ਹੁਕਮ ਚਲਾਉਣਾ ਹੋਵੇ ਤਾਂ ਉਹਨੂੰ ਫਰਮਾਨ ਜਾਰੀ ਕਰਨਾ ਪੈਂਦਾ ਹੈ, ਬੋਲ ਕੇ ਆਖਣਾ ਪੈਂਦਾ ਹੈ ਕਿ ਰਾਜੇ ਦਾ ਆਰਡਰ ਹੈ, ਤੇ ਜਿਹੜਾ ਸੁਣਦਾ ਹੈ ਉਹਨੂੰ ਉਹ ਸੁਣ ਕੇ ਇਹ ਹੁਕਮ ਨੂੰ ਮੰਨਣਾ ਪੈਂਦਾ ਹੈ। ਪਰ ਪਰਮਾਤਮਾ ਦਾ ਹੁਕਮ ਐਸਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਤੇ, ਸਾਰੀ ਕਾਇਨਾਤ ਤੇ ਲਾਗੂ ਹੁੰਦਾ ਹੈ, ਤੇ ਉਹਦੇ ਵਾਸਤੇ ਕਿਸੇ ਖਾਸ ਕਮਿਊਨੀਕੇਸ਼ਨ ਦੇ ਸੋਰਸ ਦੀ, ਕਿਸੇ ਹੋਰ ਤਰੀਕੇ ਦੇ, ਕਿਸੇ ਮੀਡੀਅਮ ਦੀ ਲੋੜ ਨਹੀਂ ਹੁੰਦੀ। ਉਹ ਸੁਣਾਈ ਦੇਣਾ, ਹੁਕਮ ਸੁਣ ਕੇ ਮੰਨਿਆ ਜਾਣਾ, ਸਿਰਫ ਇਤਨਾ ਹੀ ਇਹਦੇ ਅੰਦਰ ਇੱਕ ਕਾਮਨ ਚੀਜ਼ ਹੈ, ਜਿਸ ਕਰਕੇ ਇਸ ਹੁਕਮ ਦੀ ਜੋ ਹੋਂਦ ਹੈ ਉਸਨੂੰ ਡਿਸਕ੍ਰਾਈਬ ਕਰਨ ਵਾਸਤੇ ਅਨਹਦ ਨਾਦ ਦਾ ਲਫ਼ਜ਼ ਬਾਣੀ ਦੇ ਅੰਦਰ ਇਸਤੇਮਾਲ ਕੀਤਾ ਗਿਆ ਹੈ। ਪਰ ਇਹ ਆਮ ਆਵਾਜ਼ਾਂ ਤੋਂ ਫਰਕ ਹੈ ਜੋ
ਦੁਨਿਆਵੀ ਆਵਾਜ਼ਾਂ ਦੇ ਅੰਦਰ ਕਮਜ਼ੋਰੀ ਹੈ ਜਾਂ ਲਿਮਿਟੇਸ਼ਨ ਹੈ, ਉਹਨਾਂ 'ਚੋਂ ਕੋਈ ਵੀ ਚੀਜ਼ ਇਸ ਅਨਹਦ ਨਾਦ ਦੇ ਉੱਤੇ, ਅਨਹਦ ਦੇ ਉੱਤੇ ਲਾਗੂ ਨਹੀਂ ਹੁੰਦੀ। ਅਨਹਦ ਦੇ ਨਾਲ ਲਫ਼ਜ਼ ਵਰਤਿਆ ਗਿਆ ਹੈ ਕਿੰਗੂਰੀ। ਕਿੰਗੂਰੀ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੁੰਦਾ ਹੈ। ਇੱਕ ਤਾਰ ਨਾਰਮਲੀ ਇੱਕ ਜਾਂ ਦੋ ਤਾਰਾਂ ਉਹਦੇ ਹੁੰਦੀਆਂ ਨੇ ਔਰ ਗੱਜ ਦੇ ਨਾਲ ਉਹਨੂੰ ਵਜਾਇਆ ਜਾਂਦਾ ਹੈ। ਆਮ ਬਚਪਨ ਦੇ ਵਿੱਚ ਅਸੀਂ ਸਾਰਿਆਂ ਨੇ ਹੀ ਇਹ ਵਾਲੇ ਇੰਸਟਰੂਮੈਂਟ ਨੂੰ ਵਰਤਿਆ ਹੋਇਆ, ਵਜਾਇਆ ਹੋਏਗਾ। ਗਲੀਆਂ ਦੇ ਵਿੱਚ ਇਹ ਕਿੰਗੂਰੀ ਵੇਚਣ ਵਾਲੇ ਆਉਂਦੇ ਸਨ। ਉਹ ਵੱਖਰੀ ਗੱਲ ਹੈ ਕਿ ਵੀ ਜਦੋਂ ਉਹ ਲੋਕ ਐਕਸਪਰਟ ਹੁੰਦੇ ਸੀ ਤੇ ਵਜਾ ਲੈਂਦੇ ਸੀਗੇ। ਜਦੋਂ ਅਸੀਂ ਬੱਚੇ ਬਚਪਨ 'ਚ ਅਸੀਂ ਉਹਨਾਂ ਕੋਲੋਂ ਫਿਰ ਇਹ ਆਵਾਜ਼ ਸੁਣ ਕੇ ਅਟਰੈਕਟ ਹੋ ਕੇ ਅਸੀਂ ਖਰੀਦ ਲੈਂਦੇ ਸੀ ਤੇ ਸਾਡੇ ਕੋਲੋਂ ਇਹ ਵੱਜਦੀ ਨਹੀਂ ਸੀ ਹੁੰਦੀ। ਪਰ ਇਹ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੈ ਜਿਹਦੀ ਮੈਂ ਫੋਟੋ ਔਰ ਆਵਾਜ਼ ਵੀ ਹੁਣੇ ਆਪ ਜੀ ਦੇ ਨਾਲ ਸ਼ੇਅਰ ਕਰਾਂਗਾ। तो इस ਵਿੱਚ ਜਿਹੜੀ ਆਵਾਜ਼ ਆਉਂਦੀ ਹੈ ਉਹ ਕੰਨਾਂ ਨੂੰ ਸੁਣਨ ਨੂੰ ਮਧੁਰ ਲੱਗਦੀ ਹੈ, ਚੰਗੀ ਲੱਗਦੀ ਹੈ। ਜਾ ਕਿ ਇਹ ਪ੍ਰਮਾਤਮਾ ਦੇ ਵਾਸਤੇ ਰੈਫਰੈਂਸ ਹੈ, ਜਿਸ ਪ੍ਰਭੂ ਦੀ ਦ੍ਰਿਸ਼ਟੀ, ਕਿਰਪਾ ਦੀ ਨਜ਼ਰ, ਮਿਹਰ ਦੀ ਨਜ਼ਰ। ਨਾਦ ਲਿਵ, ਨਾਦ ਦਾ ਅਰਥ ਹੈ ਸਾਊਂਡ, ਸ਼ਬਦ, ਤੇ ਲਿਵ ਦਾ ਅਰਥ ਹੈ रुचि, प्यार, ध्यान, जुड़ जाना। तो राव ਦੇ ਅੰਦਰ ਗੱਲ ਕੀਤੀ ਗਈ ਹੈ ਕਿ ਜਿਸ ਰਮੇ ਹੋਏ ਸਰਵ ਵਿਆਪਕ ਪਰਮਾਤਮਾ ਜੋ ਸਭ ਦਾ ਮਾਲਕ ਹੈ, ਉਸ ਦੀ ਮਿਹਰ ਦੀ ਨਜ਼ਰ ਦੇ ਨਾਲ ਸ਼ਬਦ ਦੇ ਵਿੱਚ ਲੱਗ ਜਾਂਦੀ ਹੈ। ਉਸ ਪ੍ਰਭੂ ਦੀ ਕਿਰਪਾ ਦੇ ਨਾਲ, ਜਿਸ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਸ਼ਬਦ ਦੇ ਵਿੱਚ ਧਿਆਨ ਜੁੜ ਜਾਂਦਾ ਹੈ, ਉਸੇ ਪ੍ਰਭੂ ਦੀ ਇੱਕ ਰਸ ਲਗਾਤਾਰ ਕਿੰਗੂਰੀ ਜਾਂ ਤਾਰ ਜਾਂ ਮਿਊਜ਼ੀਕਲ ਸਾਊਂਡ ਜਿਹੜੀ ਹੈ ਮੇਰੇ ਹਿਰਦੇ ਦੇ ਅੰਦਰ ਵੱਜ ਰਹੀ ਹੈ। ਹੁਣ ਮੇਰੇ ਹਿਰਦੇ ਦੇ ਅੰਦਰ ਸਾਊਂਡ ਵੱਜ ਰਹੀ ਹੈ, ਆਵਾਜ਼ ਸੁਣਾਈ ਦੇ ਰਹੀ ਹੈ। ਇਹ ਗੱਲ ਕਹਿਣ ਤੋਂ ਕਬੀਰ ਜੀ ਦਾ ਭਾਵ ਕੀ ਹੈ? ਭਾਵ ਇਹ ਹੈ ਕਿ ਵੀ ਮੇਰੇ ਅੰਦਰ, ਮੇਰੀ ਸੋਚ ਦੇ ਅੰਦਰ, ਮੇਰੇ ਹਰ ਐਕਸ਼ਨ ਦੇ ਵਾਸਤੇ ਜੋ ਮੇਰੇ ਮਨ ਦੇ ਅੰਦਰ ਫੁਰਨੇ ਪੈਦਾ ਹੁੰਦੇ ਹਨ, ਉਹ ਸਾਰੇ ਹੀ ਪਰਮਾਤਮਾ ਦੇ ਹੁਕਮ ਦੇ ਅਨੁਕੂਲ ਹੁੰਦੇ ਹਨ। ਮੈਂ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਕੇ ਕੁਝ ਵੀ ਕੰਮ ਨਹੀਂ ਕਰ ਸਕਦਾ, ਕਿਉਂਕਿ ਮੇਰੀ ਸਾਰੀ ਸੋਚ, ਮੇਰੇ ਸਾਰੇ ਫੁਰਨੇ, ਮੇਰੇ ਮਨ ਦੇ ਅੰਦਰ ਪੈਦਾ ਹੋਣ ਵਾਲੇ ਸਾਰੇ ਖਿਆਲ ਲਗਾਤਾਰ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਜੁੜੇ ਹੋਏ ਹਨ। ਉਹਦੇ ਹੁਕਮ ਦੇ ਨਾਲ ਹੀ ਮੇਰੀ ਸੁਰਤ ਜੁੜੀ ਹੋਈ ਹੈ ਔਰ ਉਹਦੇ ਹੁਕਮ ਦਾ ਜੋ ਸਾਊਂਡ ਹੈ, ਜੋ ਉਹਦਾ ਹੁਕਮ ਦੀ ਆਵਾਜ਼ ਹੈ, ਉਹ ਇੱਕ ਰਸ ਲਗਾਤਾਰ ਮੇਰੇ ਅੰਦਰ ਗੂੰਜ ਰਹੀ ਹੈ, ਮੇਰੇ ਅੰਦਰ ਮੌਜੂਦ ਹੈ। तो मेरा सारा जो जीवन की क्रिया है वो सारी परमात्मा की रजा के अनुसार है, परमात्मा के हुक्म के अधीन है। तो ऐसी अवस्था दे जो है बयान कबीर जी कर रहे हैं। तो ऐसी अवस्था बनती किवें है और जो बन जाती है तो फिर इंसान की जिंदगी किहो जी चलती है, किस तरह के वो हालात होंगे हैं। बाकी के शब्द के अंदर इसे की ही व्याख्या जो है भगत कबीर जी ने उस पंडित नूं जिसनों संबोधन करके उन्होंने शब्द की आरंभता की है, उन्होंने समझाने का यतन करते हैं। तो ये भी नाल उन्होंने ध्यान च रखा है कि भी जो सुनन वाला है उसकी जो अटेंशन है, उसका जो ध्यान है, उसकी सोच है, वो योग मत के क्रियावां दे नाल जुड़ी हुई है। तो इस करके शब्दावली उन्होंने वो वरती है जिहदे नाल उसनूं ये गल सहज ही समझ आ जाए। तो गल असीं कीती सी किंगरी दी। तो ये मैनूं नैट तो लभ के मैनूं ये एक फोटो मिली है जिहदे अंदर ये कोई किंगरी वजाण वाला बंदा है, जिहदी तो आप जी नूं अंदाज़ा हो जाएगा कि बड़ा छोटा जिहा आम बचपन विच असीं ये सारे इंस्ट्रूमेंट वेखदे रहे हाँ। ते इस जिहड़ी गज़ है, जिहड़ा छोटा जिहा इहदे नाल इहनूं इहदी तार दे उत्ते इहनूं वजाया जांदा है। तो जिहो जी साउंड पैदा हुंदी है ਉਹਦਾ एक सैंपल मैं आप जी नूं सुणा रिहा हाँ। सो ये किंगरी है, पर ये तो गल है फिजिकल किंगरी, जस्ट समझण वास्ते कि किंगरी हुंदी की है। जिस सेंस दे विच भगत कबीर जी ने वरतिया है इसनूं, ਉਹਦੇ ਭਾਵ परमात्मा दा हुक्म दी ही गल है।
ਸ਼ਬਦ ਦੀ ਆਰੰਭਤਾ ਹੁਣ ਕਬੀਰ ਜੀ ਕਰ ਰਹੇ ਹਨ ਕਿ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ ਸੁਰ ਨਰ ਗਨ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖੁਲੀ ਲਾਈ। ਪੰਡਿਆ ਸੰਬੋਧਨ ਹੈ, हे ਪੰਡਤ। ਉਸਨੂੰ ਸੰਬੋਧਨ ਕਰਕੇ ਸਾਹਮਣੇ ਉਹਨਾਂ ਦੇ ਮਾਨੋ ਬੈਠਾ ਹੋਇਆ ਹੈ, ਉਹਦੇ ਨਾਲ ਗੱਲਬਾਤ ਚੱਲ ਰਹੀ ਹੈ। ਉਸਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਅਚਰਜ ਏਕ ਸੁਨੋ ਰੇ ਪੰਡਿਆ, ਇਹ ਪੰਡਿਤ ਇੱਕ ਅਚਰਜ ਹੈਰਾਨ ਕਰ ਦੇਣ ਵਾਲੀ ਗੱਲ ਸੁਣੋ। ਹੈਰਾਨ ਕਿਹੜੀ ਚੀਜ਼ ਕਰਦੀ ਹੈ? ਜਿਹੜੀ ਗੱਲ ਨੂੰ ਦਿਮਾਗ, ਸਾਡੀ ਸੋਚ ਸਹਿਜੇ ਨਾ ਸਮਝ ਸਕੇ। ਕੋਈ ਅਸੀਂ ਕਿਸੇ ਵੀ ਐਕਸ਼ਨ ਨੂੰ, ਦੁਨੀਆ ਤੇ ਜੋ ਕੁਝ ਵੀ ਵਾਪਰਦਾ ਹੈ, ਉਹਨੂੰ ਅਸੀਂ ਕਿਵੇਂ ਸਮਝਦੇ ਹਾਂ? ਸਾਡੇ ਦਿਮਾਗ ਦੇ ਅੰਦਰ, ਸਾਡੇ ਐਕਸਪੀਰੀਅੰਸ ਦੇ ਅੰਦਰ, ਸਾਡੇ ਕੁਝ ਨਾ ਕੁਝ ਤਜਰਬੇ ਸਾਡੀ ਜ਼ਿੰਦਗੀ ਦੇ ਜੋ ਵਾਪਰੇ ਹੁੰਦੇ ਹਨ, ਜੋ ਗੱਲਾਂ ਅਸੀਂ ਆਪਣੀ ਪਹਿਲੀ ਜ਼ਿੰਦਗੀ ਦੇ ਅੰਦਰ ਸੁਣੀਆਂ ਵੇਖੀਆਂ ਹੁੰਦੀਆਂ ਹਨ, ਉਹਨਾਂ ਦੀ ਯਾਦ ਸਾਡੇ ਹਿਰਦੇ ਦੇ ਅੰਦਰ, ਸਾਡੇ ਦਿਮਾਗ ਦੇ ਅੰਦਰ ਜੁੜੀ ਹੁੰਦੀ ਹੈ। ਜੋ ਕੁਝ ਵੀ ਨਵਾਂ ਐਕਸ਼ਨ ਸਾਡੇ ਸਾਹਮਣੇ ਹੁੰਦਾ ਹੈ, ਅਸੀਂ ਉਸ ਐਕਸ਼ਨ ਨੂੰ, ਉਹ ਸਾਡੀ ਜਿਹੜਾ ਭੰਡਾਰ ਹੈ ਸੋਚ ਦੇ ਅੰਦਰ, ਦਿਮਾਗ ਦੇ ਅੰਦਰ, ਉਹਦੇ ਨਾਲ ਕੋਰੀਲੇਟ ਕਰਦੇ ਹਾਂ ਤੇ ਫਿਰ ਉਹਦੇ ਨਾਲ ਮਿਲਾ ਕੇ ਅਸੀਂ ਗੱਲ ਨੂੰ ਸਮਝ ਲੈਂਦੇ ਹਾਂ ਕਿ ਹਾਂ ਪਹਿਲੇ ਇੰਝ ਹੋਇਆ ਸੀਗਾ, ਹੁਣ ਇਹ ਹੋ ਰਿਹਾ, ਇਹ ਉਹਦੇ ਨਾਲ ਮਿਲਦੀ ਹੈ ਗੱਲ, ਤੇ ਗੱਲ ਅੱਗੋਂ ਇਹ ਹੋ ਸਕਦਾ ਹੈ। ਤਾਂ ਸਾਨੂੰ ਕੁਝ ਆਈਡੀਆ ਸਮਝ ਆ ਜਾਂਦਾ ਹੈ ਕਿ ਜੋ ਵਾਪਰ ਰਿਹਾ ਉਹ ਕੀ ਹੋ ਰਿਹਾ ਹੈ। ਪਰ ਜਦੋਂ ਕੋਈ ਗੱਲ ਬਿਲਕੁਲ ਹੀ ਸਮਝ 'ਚ ਨਾ ਆਵੇ, ਕੋਈ ਬਿਲਕੁਲ ਨਵੀਂ ਚੀਜ਼ ਵਾਪਰੇ ਔਰ ਸਾਡੇ ਇਹ ਤੇ ਬੜੀ ਅਚਰਜ ਚੀਜ਼ ਹੋ ਗਈ, ਹੈਰਾਨ ਕਰ ਦੇਣ ਵਾਲੀ ਚੀਜ਼ ਹੋ ਗਈ। ਹੈਰਾਨੀ ਇੱਕ ਤਰੀਕੇ ਨਾਲ ਐਡਮਿਸ਼ਨ ਹੁੰਦੀ ਹੈ ਇਸ ਗੱਲ ਦੀ ਵੀ ਸਾਡੀ ਅਕਲ, ਸਾਡੀ ਜੋ ਨੌਲੇਜ ਹੈ, ਉਹ ਇਸ ਗੱਲ ਨੂੰ ਸਮਝਣ ਦੇ ਕਾਬਿਲ ਨਹੀਂ ਹੈ। ਆਮ ਤੌਰ ਤੇ ਅਸੀਂ ਜਦੋਂ ਸਟੇਜ ਦੇ ਉੱਤੇ ਮੈਜਿਕ ਸ਼ੋਜ਼ ਦੇਖਦੇ ਹਾਂ, ਜਿਹੜੇ ਜਾਦੂਗਰ ਕਹਿੰਦੇ ਹਨ ਆਪਣੇ ਆਪ ਨੂੰ, ਸਟੇਜ ਦੇ ਉੱਤੇ ਸ਼ੋਅ ਕਰਦੇ ਹਨ, ਉਹ ਬੇਸਿਕਲੀ ਹੁੰਦੀਆਂ ਤੇ ਟ੍ਰਿਕਸ ਹੀ ਨੇ, ਹੱਥ ਦੀ ਸਫਾਈ ਹੁੰਦੀ ਹੈ। ਪਰ ਉਹ ਇਹੋ ਜਿਹੇ ਕਰਤਬ ਕਰਕੇ ਦਿਖਾ ਦਿੰਦੇ ਹਨ ਕਿ ਬਈ ਸਾਡਾ ਦਿਮਾਗ ਵੀ ਇੱਕ ਵਾਰੀ ਤੇ ਕਹਿ ਦਿੰਦਾ ਬਈ ਵਾਹ ਕਮਾਲ ਹੋ ਗਈ, ਗੱਲ ਸਮਝ ਨਹੀਂ ਆਈ, ਹੈਰਾਨ ਕਰ ਦਿੱਤਾ। ਉਹ ਦੁਨੀਆ ਦੇ ਵਿੱਚ ਵੀ ਐਸੇ ਬੜੇ ਸਾਰੇ ਕੰਮ ਹੁੰਦੇ ਹਨ ਜਿਨ੍ਹਾਂ ਦੀ ਬੰਦਿਆਂ ਨੂੰ ਸਮਝ ਨਹੀਂ ਆਉਂਦੀ। ਫਿਰ ਉਹਦਾ ਅਲਟੀਮੇਟਲੀ ਉਹ ਇਲਾਜ ਇਹੀ ਲੱਭਦਾ ਹੈ ਕਿ ਬਈ ਇਹ ਤਾਂ ਰੱਬ ਦਾ ਹੀ ਕੋਤਕ ਹੈ, ਕੋਈ ਸਾਡੀ ਸਮਝ ਤੋਂ ਤੇ ਬਾਹਰ ਹੈ। ਕਿਵੇਂ ਹੋਇਆ, ਕਿਉਂ ਹੋਇਆ, ਅਸੀਂ ਨਹੀਂ ਸਮਝ ਸਕਦੇ। ਤੋ ਦੁਨੀਆ ਦੇ ਵਿੱਚ, ਧਾਰਮਿਕ ਦੁਨੀਆ ਦੇ ਅੰਦਰ ਵੀ ਐਸੀਆਂ ਅਨੇਕਾਂ ਚੀਜ਼ਾਂ ਵਰਤਦੀਆਂ ਹਨ ਜਿਨ੍ਹਾਂ ਦੀ ਅਕਲ ਦੇ ਨਾਲ ਐਕਸਪਲੇਨੇਸ਼ਨ ਕਰਨੀ ਮੁਮਕਿਨ ਨਹੀਂ ਹੁੰਦੀ। ਤੋ ਉਸ ਵੇਲੇ ਇਹ ਕਿਹਾ ਜਾਂਦਾ ਹੈ ਵੀ ਇਹ ਤਾਂ ਵਿਸਮਾਦ ਦੀ ਗੱਲ ਹੈ, ਅਚਰਜ ਗੱਲ ਹੈ, ਵਾਹ ਬਈ ਵਾਹ। ਤੋ ਗੁਰਮਤਿ ਦੇ ਅੰਦਰ ਵੀ ਪਰਮਾਤਮਾ ਦੀ ਜਦੋਂ ਵਡਿਆਈਆਂ ਕੀਤੀਆਂ ਜਾਂਦੀਆਂ ਹਨ, ਉਹਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ, ਤਾਂ ਅਲਟੀਮੇਟਲੀ ਗੁਰੂ ਸਾਹਿਬ ਸਾਨੂੰ ਉਸ ਅਵਸਥਾ ਤੱਕ ਲੈ ਕੇ ਜਾਂਦੇ ਹਨ ਜਿੱਥੇ ਸਾਨੂੰ ਇਹੋ ਕਹਿਣਾ ਬਣਦਾ ਬਈ ਵਾਹ, ਇਹ ਤਾਂ ਅਸੀਂ ਹੁਣ ਸਾਡੇ ਬਿਆਨ ਤੋਂ ਬਾਹਰ ਹੈ, ਸਾਡੀ ਸਮਝ ਤੋਂ ਬਾਹਰ ਹੈ। ਤੋ ਇਸੇ ਕਰਕੇ ਹੀ ਗੁਰਮਤਿ ਦੇ ਅੰਦਰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਲਫ਼ਜ਼ ਵਾਹਿਗੁਰੂ ਜਿਹੜਾ ਹੈ ਉਹ ਜ਼ਿਆਦਾ ਪ੍ਰਧਾਨ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਪਰਮਾਤਮਾ ਦੇ ਗੁਣ ਬੇਅੰਤ ਹਨ ਔਰ ਐਸੇ ਗੁਣ ਹਨ ਜਿਹੜੇ ਅਕਲ ਦੇ ਵਿੱਚ ਸਮਝ ਆਉਣ ਵਾਲੇ ਨਹੀਂ ਹੁੰਦੇ। ਇਸ ਕਰਕੇ ਬੰਦਾ ਵਿਸਮਾਦ ਵਿੱਚ ਆ ਕੇ ਉਸਨੂੰ ਇਹੋ ਕਹਿ ਸਕਦਾ ਬਈ ਵਾਹ, ਹੁਣ ਹੋਰ ਕੁਝ ਨਹੀਂ ਕਿਹਾ ਜਾ ਸਕਦਾ, ਸਿਰਫ ਵਾਹ ਹੀ ਕਿਹਾ ਜਾ ਸਕਦਾ। ਤਾਂ ਬਿਨਾਂ ਉਸ ਅਹਿਸਾਸ ਦੇ ਪੈਦਾ ਹੋਇਆਂ ਬਾਰ-ਬਾਰ ਰਿਪੀਟ ਕਰਨਾ ਵਾਹਿਗੁਰੂ ਕੋਈ ਮੀਨਿੰਗ ਨਹੀਂ ਰੱਖਦਾ। ਜਦੋਂ ਵੀ ਅਸੀਂ ਵਾਹਿਗੁਰੂ ਉਚਾਰਨ ਕਰੀਏ ਤਾਂ ਉਸ ਵਾਹ ਦੇ ਅੰਦਰ ਉਸ ਅਚਰਜ ਦੀ, ਉਸ ਵਿਸਮਾਦ ਦੀ ਭਾਵਨਾ ਹੋਵੇ ਤਾਂ ਹੀ ਇਹ ਗੱਲ ਸ਼ੋਭਦੀ ਹੈ। ਉਹ ਇੱਥੇ ਵੀ ਕਬੀਰ ਸਾਹਿਬ ਜਿਸ ਅਵਸਥਾ ਦੀ ਗੱਲ ਜੋ ਰਾਹ ਦੇ ਵਿੱਚ ਉਹਨਾਂ ਨੇ ਬਿਆਨ ਕੀਤੀ ਸੀ ਕਿ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ਤਾਂ ਕਿ ਦਿਸ਼ਟ ਨਾਦ ਲਿਵ ਲਾਗੈ, ਉਸ ਅਵਸਥਾ ਦੀ ਗੱਲ ਹੁਣ ਜਦੋਂ ਪੰਡਤ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਤਾਂ ਉਹ ਕਹਿੰਦੇ ਹਨ ਕਿ ਇਹ ਐਸੀ ਅਵਸਥਾ ਹੈ ਜਿਹਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਮੁਮਕਿਨ ਨਹੀਂ ਹੈ। ਉਹ ਇਹ ਗੱਲ ਉਹ ਇਸ ਪੰਕਤੀ 'ਚ ਵੀ ਕਹਿ ਰਹੇ ਹਨ ਕਿ ਅਬ ਕਿਛ ਕਹਿਨ ਨਾ ਜਾਏ, ਕਹਿਣ ਦੇ ਲਫ਼ਜ਼ਾਂ 'ਚ ਬਿਆਨ ਕਰਨ ਦੇ ਕਾਬਿਲ ਹੈ ਹੀ ਨਹੀਂ ਗੱਲ। ਕਿਵੇਂ ਪਰਮਾਤਮਾ ਦਾ ਹੁਕਮ ਕਿਸੇ ਬੰਦੇ ਦੇ ਅੰਦਰ ਲਗਾਤਾਰ ਇੱਕ ਰਸ ਟਿਕਿਆ ਹੋ ਸਕਦਾ ਹੈ ਕਿ ਉਸ ਇਨਸਾਨ ਦੀ ਸਾਰੀ ਜੀਵਨ ਦੀ ਕਾਰ ਉਸ ਹੁਕਮ ਦੀ ਰਜ਼ਾ ਦੇ ਅਨੁਕੂਲ ਹੋ ਜਾਵੇ, ਇਹ ਕਿਸੇ ਨੂੰ ਸਿਖਾਈ ਨਹੀਂ ਜਾ ਸਕਦੀ, ਪੜ੍ਹਾਈ ਨਹੀਂ ਜਾ ਸਕਦੀ। ਇਹਦਾ ਸਿਰਫ ਅਹਿਸਾਸ ਕੀਤਾ ਜਾ ਸਕਦਾ, ਐਕਸਪੀਰੀਅੰਸ ਇਸ ਨੂੰ ਕੀਤਾ ਜਾ ਸਕਦਾ ਹੈ। ਹਾਂ, ਕਿਸੇ ਨੂੰ ਦੇਖ ਕੇ ਉਹਦੇ ਤੋਂ ਪ੍ਰੇਰਨਾ ਲੈ ਕੇ ਮਨ ਦੇ ਵਿੱਚ ਚਾਹ
ਪੈਦਾ ਹੋ ਸਕਦਾ ਹੈ, ਉਤਸ਼ਾਹ ਆ ਸਕਦਾ ਹੈ, ਪਰ ਕਿਸੇ ਨੂੰ ਕਾਪੀ ਕਰਨਾ ਇਹ ਮੁਮਕਿਨ ਨਹੀਂ ਹੈ। तो ये बयान तो भी बाहर की गल है। तो कबीर जी यही गल इत्थे कह रहे हैं कि अचरज एक सुनो रे पंडिया अब किछ कहन ना जाई। तो फिर थोड़ा जा इशारे मात्र गल नूं समझाउण वास्ते वो कहंदे हन कि मैं जिस दी गल कर रहा हाँ प्रभु परमात्मा दी ओहदी कुछ वडियाइयां मैं तेरे नाल साझियां कर रहा हाँ, जिस नूं सुन के शायद तेरे मन दे विच भी कुछ विस्माद दी गल, कोई अचरज दी गल, कोई भाव तेरे मन च भी पैदा हो जावे कि भी वो परमात्मा कितना बेअंत है, कितना समर्थ है। कुछ अंदाजा देने वास्ते ताकि तेरे मन के अंदर भी कुछ उस परमात्मा के बारे प्यार की भावना, कुछ विस्माद की भाव पैदा हो सकन। तो वो अगली पंक्ति च बयान करते हैं कि सुर नर गण गंधर्व जिन मोह। सुर कहते हैं देवतियां नूं, नर मनुख, गण हन शिव जी के खास सेवक। इन्हां नूं देवतियां दे ਜਿਹੜੇ ਹਨ ऑफिशियल भी कहा जाता है, देवतियां के दरबार के अंदर खास गण गिने जाते हैं। ਤੇ ਗੰਧਰਵ ਜਿਹੜੇ ਹਨ ਉਹ ਦੇਵਤਿਆਂ ਦੇ ਰਾਗੀ ਗਵਈਏ ਹਨ, ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਇਸੇ ਕਰਕੇ ਭਾਰਤੀ ਸੰਗੀਤ ਦੇ ਅੰਦਰ ਜਿੱਥੇ ਕਿਤੇ ਵੀ ਸੰਗੀਤ ਸਿਖਾਉਣ ਦਾ ਇੰਤਜ਼ਾਮ ਹੁੰਦਾ ਹੈ ਤੇ ਆਮ ਤੌਰ ਤੇ ਉੱਥੇ ਗੰਧਰਵਾਂ ਦੀ ਗੱਲ ਔਰ ਗੰਧਰਵ ਮਹਾਵਿਦਿਆਲੇ ਕਰਕੇ ਵੀ ਕਈ ਇਸ ਤਰ੍ਹਾਂ ਦੀ ਇੰਸਟੀਟਿਊਸ਼ਨ ਬਣੀਆਂ ਹੋਈਆਂ ਹਨ, ਕਿਉਂਕਿ ਉਹਨਾਂ ਦਾ ਸੰਬੰਧ ਦੇਵਤਿਆਂ ਦੇ ਗਵਈਆਂ ਦੇ ਨਾਲ ਹੈ। ਉਹ ਕਬੀਰ ਜੀ ਇਹਨਾਂ ਦਾ ਵਰਣਨ ਕਰਕੇ ਕਹਿੰਦੇ ਹਨ ਜਿਨ੍ਹਾਂ ਦੇ ਬਾਰੇ ਭਾਰਤੀ ਸਮਾਜ ਦੇ ਅੰਦਰ ਆਮ ਤੌਰ ਤੇ देवते गण ते गंधर्वां दे बारे च मन दे विच विश्वास प्रचलित सी कि ये इंसानां तो कुछ उच्ची अवस्था के मालक हुंदे हन। ते कबीर जी कह रहे हैं कि उन्हां सब नूं ही उस परमात्मा दी पैदा कीती हुई माया ने मोह विच फसाया होया है, मोह विच बन्निया होया है। और उस परमात्मा दे हुक्म दी जो खेड है उहदी जो पसारे बनाई हुई पसार ਕੀਤੀ ਹੋਈ ਮਾਇਆ ਜਿਹੜੀ ਹੈ ਉਹਨੇ ਮਾਨੋ ਤ੍ਰਿਭਵਨ ਮੇਖਲੀ ਲਾਈ। ਤ੍ਰਿਭਵਨ ਤੋਂ ਭਾਵ ਹੈ ਤਿੰਨਾਂ ਹੀ ਭਵਨਾਂ, ਭਾਵ ਪਾਤਾਲ, ਮਾਤਲੋਕ ਯਾਨੀ ਕਿ ਧਰਤੀ ਅਤੇ ਆਕਾਸ਼, ਦੇਵਲੋਕ, ਸਭ ਜਗ੍ਹਾ ਭਾਵ ਸਾਰੀ ਕਾਇਨਾਤ ਪੂਰੇ ਯੂਨੀਵਰਸ ਵਿੱਚ ਮੇਖਲੀ ਲਾਈ। ਮੇਖਲੀ ਕਹਿੰਦੇ ਹਨ ਤੜਾਗੀ ਨੂੰ, ਜੋ ਆਮ ਤੌਰ ਤੇ ਬੱਚਿਆਂ ਨੂੰ ਮਾਵਾਂ ਬੰਨ੍ਹ ਦਿੰਦੀਆਂ ਸਨ। ਜਿਹੜੇ ਛੋਟੇ ਬੱਚੇ ਹੁੰਦੇ ਸੀਗੇ ਜਦੋਂ ਰਿੜਨਾ ਸਿੱਖ ਜਾਂਦੇ ਸੀ, ਤੁਰਨਾ ਸਿੱਖ ਜਾਂਦੇ ਸੀ ਤੇ ਮਾਂ ਨੇ ਘਰ ਦੇ ਕੰਮਕਾਰ ਕਰਨੇ ਹੁੰਦੇ ਸੀ ਤੇ ਮਾਂ ਨੂੰ ਇਹ ਫਿਕਰ ਹੁੰਦਾ ਸੀਗਾ ਕਿ ਮੈਂ ਕਿਧਰੇ ਕੰਮ 'ਚ ਰੁੱਝ ਜਾਵਾਂ ਤੇ ਬੱਚਾ ਕਿਤੇ ਰਿੜ ਕੇ ਜਾਂ ਤੁਰ ਕੇ ਕਿਧਰੇ ਦੂਰ ਬਾਹਰ ਹੀ ਨਾ ਨਿਕਲ ਜਾਏ। ਤਾਂ ਉਹ ਕੀ ਕਰਦੇ ਸੀਗੇ ਉਹਦੇ ਬੱਚੇ ਦੇ ਪੇਟ ਦੇ ਦੁਆਲੇ ਇੱਕ ਪਤਲੀ ਜੀ ਰੱਸੀ, ਜਿਹਨੂੰ ਛੋਟੀ ਮਾਮੂਲੀ ਜਿਹੀਆਂ ਘੰਟੀਆਂ ਜਾਂ ਘੁੰਗਰੂ ਜਿਹੇ ਛੋਟੇ ਬੰਨੇ ਹੁੰਦੇ ਸੀਗੇ ਤੇ ਉਹ ਬੱਚੇ ਦੇ ਪੇਟ ਦੇ ਦੁਆਲੇ ਬੰਨ ਦਿੰਦੇ ਸੀਗੇ। ਤੇ ਬੱਚੇ ਦੀ ਜਦੋਂ ਵੀ ਮੂਵਮੈਂਟ ਹੋਣੀ ਤੇ ਉਹ ਘੁੰਗਰੂਆਂ ਦੀ ਜਾਂ ਘੰਟੀਆਂ ਦੀ ਆਵਾਜ਼ ਮਾਂ ਨੂੰ ਸੁਣਾਈ ਦਿੰਦੀ ਰਹਿੰਦੀ ਸੀ ਤੇ ਉਹਨੂੰ ਤਸੱਲੀ ਰਹਿੰਦੀ ਸੀ ਕਿ ਬੱਚਾ ਮੇਰੇ ਨੇੜੇ ਹੀ ਹੈ। ਤੇ ਇਸ ਤਰ੍ਹਾਂ ਉਹ ਆਪਣਾ ਘਰ ਦਾ ਕੰਮ ਵੀ ਨਿਬੇੜ ਲੈਂਦੀ ਸੀ ਤੇ ਬੱਚੇ ਦਾ ਧਿਆਨ ਵੀ ਰੱਖ ਲੈਂਦੀ ਸੀ। ਉਹ ਤੜਾਗੀ ਉਸਨੂੰ ਕਹਿੰਦੇ ਜੋ ਇਸ ਤਰ੍ਹਾਂ ਦੀ ਹੁੰਦੀ ਰੱਸੀ ਹੈ, ਪਤਲੀ ਛੋਟੀ ਜੀ। ਤੋ ਉਸਦਾ ਮੇਨ ਕੰਮ ਕੀ ਹੈ? ਕਿਸੇ ਚੀਜ਼ ਨੂੰ ਬੰਨ ਲੈਣਾ। ਤੋ ਇੱਥੇ ਤ੍ਰਿਭਵਨ ਮੇਖਲੀ ਦੀ ਗੱਲ ਕਬੀਰ ਜੀ ਨੇ ਕੀਤੀ ਹੈ ਕਿ ਤਿੰਨਾਂ ਭਵਨਾਂ ਨੂੰ ਹੀ ਉਸ ਰੱਸੀ ਦੇ ਨਾਲ ਉਸ ਪਰਮਾਤਮਾ ਨੇ ਬੰਨਿਆ ਹੋਇਆ ਹੈ। ਔਰ ਜਿੰਨੇ ਵੀ ਦੇਵਤੇ, ਗੰਧਰਵ, ਗਣ ਆਦਿ ਸਾਰੇ ਹਨ, ਸਭ ਮਨੁੱਖ ਹਨ। ਉਹਨਾਂ ਸਭ ਦੇ ਉੱਤੇ ਵੀ ਉਸ ਪਰਮਾਤਮਾ ਨੇ ਆਪਣੀ ਮਾਇਆ ਦੇ ਤਰਾਗੀ, ਮਾਇਆ ਦੀ ਰੱਸੀ ਦੇ ਨਾਲ ਇਹਨਾਂ ਸਾਰਿਆਂ ਨੂੰ ਹੀ ਆਪਣੇ ਕੰਟਰੋਲ ਦੇ ਵਿੱਚ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ। ਕੋਈ ਐਸੀ ਅਚਰਜ ਹੈਰਾਨ ਕਰ ਦੇਣ ਵਾਲੀ ਗੱਲ ਹੈ। ਕਬੀਰ ਜੀ ਦੇ ਨਾਲ ਇਸ ਤਰੀਕੇ ਦੀ ਵਿਚਾਰ ਵਟਾਂਦਰਾ ਕਰਨ ਵਾਸਤੇ ਆਮ ਤੌਰ ਦੇ ਉੱਤੇ ਬਨਾਰਸ ਸ਼ਹਿਰ ਦੇ ਬੜੇ ਲੋਕ ਆਉਂਦੇ ਸਨ। ਕਈ ਉਹਨਾਂ ਕੋਲੋਂ ਜਲਦੇ ਵੀ ਸਨ, ਖਾਰ ਵੀ ਖਾਂਦੇ ਸਨ, ਕਈ ਉਹਨਾਂ ਦੇ ਸ਼ਰਧਾਲੂ ਵੀ ਬਣ ਗਏ ਸਨ। ਉਹ ਭਾਂਤ-ਭਾਂਤ ਦੇ ਲੋਕ ਸਨ। ਉਹਨਾਂ ਦੇ ਖਿਲਾਫ ਕਈਆਂ ਲੋਕਾਂ ਨੇ ਰਾਜ ਦਰਬਾਰ ਦੇ ਵਿੱਚ ਸ਼ਿਕਾਇਤਾਂ ਵੀ ਕੀਤੀਆਂ, ਉਹਨਾਂ ਦੇ ਝੂਠੇ ਇਲਜ਼ਾਮ ਵੀ ਕਈ ਤਰ੍ਹਾਂ ਦੇ ਲਗਾਏ ਗਏ। ਪਰ ਬਹੁਤਾਤ ਲੋਕੀ ਜਿਹੜੇ ਸਨ ਉਹਨਾਂ ਦੇ ਸ਼ਰਧਾਲੂ ਵੀ ਸਨ। ਤੇ ਇਸੇ ਹੀ ਸ਼ਰਧਾ ਭਾਵਨਾ ਅਤੇ ਖਾਸ ਉਹਨਾਂ ਦੀ ਜਿਹੜੀ ਬਨਾਰਸ ਦੇ ਅੰਦਰ ਇੱਜ਼ਤ ਹੁੰਦੀ ਸੀਗੀ, ਉਸਨੂੰ ਵੇਖ ਕੇ ਉਹਨਾਂ ਦੀ ਆਪਣੀ ਬਰਾਦਰੀ ਦੇ ਲੋਕ ਵੀ ਕਈ ਵਾਰੀ ਬੜੇ ਹੈਰਾਨ ਹੁੰਦੇ ਸਨ ਕਿ ਵੀ ਜੁਲਾਹੇ ਦੇ ਘਰ ਦੇ ਵਿੱਚ ਜਨਮ ਲੈਣ ਵਾਲਾ ਬੰਦਾ, ਜੋ ਜ਼ਿਆਦਾ ਜਿਹਨੂੰ ਦੁਨਿਆਵੀ ਪੜ੍ਹਾਈ ਜਿਹਨੇ ਨਹੀਂ ਕੀਤੀ ਹੋਈ, ਕਿਉਂਕਿ ਅਲਾਉਡ ਹੀ ਨਹੀਂ ਸੀਗਾ ਉਹਨਾਂ ਲੋਕਾਂ ਨੂੰ ਪੜ੍ਹਨਾ, ਪਰ ਇਹਦੇ ਬਾਵਜੂਦ ਇਹਦੇ ਅੰਦਰ ਇੰਨਾ ਗਿਆਨ ਔਰ ਐਸੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਕਰਦਾ ਹੈ। ਇਹਦੇ ਕੋਲੋਂ ਕੁਝ
ਸਮਝਣਾ ਚਾਹੀਦਾ, ਕੁਝ ਸਿੱਖਣਾ ਚਾਹੀਦਾ ਹੈ। ਉਹ ਇੱਕ ਸੰਖੇਪ ਵਿੱਚ ਮੈਂ ਇੱਕ ਕਹਾਣੀ ਵੀ ਆਪ ਜੀ ਨਾਲ ਸ਼ੇਅਰ ਕਰਨੀ ਚਾਹਾਂਗਾ ਕਿ ਬੜੇ ਲੋਕੀ ਜਿਹੜੇ ਇਹਨਾਂ ਕੋਲੋਂ ਪ੍ਰਭਾਵਿਤ ਹੁੰਦੇ ਸੀਗੇ ਤੇ ਪਰ ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਸੀਗਾ ਵੀ ਇਹਦੀ ਇੰਨੀ ਇੱਜ਼ਤ ਹੁੰਦੀ ਹੈ ਤੇ ਸਾਡੀ ਕੋਈ ਪੁੱਛ ਪ੍ਰਤੀਤੀ ਨਹੀਂ ਹੈ। ਤੇ ਇਹਨਾਂ ਦੀ ਬਿਰਾਦਰੀ ਦਾ ਇੱਕ ਜੁਲਾਇਆ ਆ ਕੇ ਕਬੀਰ ਜੀ ਨੂੰ ਕਹਿੰਦਾ ਕਿ ਵੀ ਮੈਨੂੰ ਸਮਝਾ ਤੂੰ ਤੇਰੀ ਇੰਨੀ ਇੱਜ਼ਤ ਕਿਵੇਂ ਹੈ। ਪਰ ਕਬੀਰ ਜੀ ਦਾ ਆਪਣਾ ਸਟਾਈਲ ਜਿਹੜਾ ਸੀਗਾ ਉਹ ਕੁਝ ਨਿਆਰਾ ਹੀ ਸੀਗਾ। ਤੋ ਉਹਨਾਂ ਨੇ ਜੁਲਾਏ ਨੂੰ ਕਹਿ ਦਿੱਤਾ ਕਿ ਮੇਰੀ ਇੱਜ਼ਤ ਦਾ ਰਾਜ਼ ਇਹੋ ਹੀ ਹੈ ਕਿ ਮੇਰੀ ਜਿਹੜੀ ਪਤਨੀ ਹੈ ਨਾ ਉਹ ਮੇਰੇ ਹੱਕ ਵਿੱਚ ਹੈ, ਜੋ ਮੈਂ ਕਹਿੰਦਾ ਉਹ ਕਰ ਦਿੰਦੀ ਹੈ। ਉਹਨੂੰ ਗੱਲ ਸਮਝ 'ਚ ਆਈ ਕੋਈ ਨਹੀਂ, ਕਹਿੰਦਾ ਮੈਨੂੰ ਨਹੀਂ ਸਮਝ ਆਈ, ਕੋਈ ਥੋੜਾ ਜਿਹਾ ਮੈਨੂੰ ਕਰਕੇ ਦਿਖਾਓ ਕਿ ਕੀ ਹੁੰਦਾ ਹੈ। ਕਬੀਰ ਜੀ ਨੇ ਕਿਹਾ ਲਿਆ ਹੁਣੇ ਤੈਨੂੰ ਦਿਖਾ ਦਿੰਦੇ ਆ। ਉਹਨਾਂ ਨੇ ਆਪਣੀ ਵਹੁਟੀ ਨੂੰ ਆਵਾਜ਼ ਮਾਰੀ ਕਿ ਬਈ ਕੰਮ ਕਰ, ਜਰਾ ਬਾਹਰ ਜਾ ਤੇ ਚੀਕਣੀ ਮਿੱਟੀ ਲੈ ਕੇ ਆ ਤੇ ਉਹਦਾ ਕੁਝ ਕਰਨਾ ਹੈ। ਉਹ ਕਹਿੰਦੀ ਸਤ ਬਚਨ। ਉਹ ਫਟਾਫਟ ਗਈ ਬਾਹਰੋਂ ਜਿੱਥੋਂ ਕਿ ਜੋ ਵੀ ਮਿੱਟੀ ਚੀਕਣੀ ਮਿਲਦੀ ਸੀ ਉਹ ਲੈ ਕੇ ਤੇ ਲੈ ਆਈ। ਫਿਰ ਕਬੀਰ ਜੀ ਕਹਿੰਦੇ ਅੱਛਾ ਇੰਝ ਕਰ, ਇਹਨੂੰ ਨਾ ਹੁਣ ਘਿਓ 'ਚ ਗੁੰਨ ਦੇ ਤੇ ਫਿਰ ਇਹ ਜਦੋਂ ਇਹ ਬਣ ਜਾਏਗਾ ਤੇ ਇਹਨਾਂ ਦੇ ਦੀਵੇ ਬਣਾ ਦੇ। ਉਹਨੇ ਕਿਹਾ ਜੀ ਸਤ ਬਚਨ, ਉਹ ਵੀ ਕਰ ਦਿੱਤਾ। ਅੱਗੇ ਫਿਰ ਇਹਨਾਂ 'ਚ ਥੋੜਾ ਹੋਰ ਘਿਓ ਪਾ ਦੇ ਤੇ ਫਿਰ ਇਹਨਾਂ 'ਚ ਰੂਹ ਦੀ ਵੱਟੀ ਪਾ ਕੇ ਤੇ ਇਹਨਾਂ ਨੂੰ ਉੱਥੇ ਹੀ ਛੱਡਿਆ ਜਿੱਥੋਂ ਮਿੱਟੀ ਲੈ ਕੇ ਆਈ ਸੀ। ਉਹਨੇ ਕਿਹਾ ਸਤ ਬਚਨ। ਜੁਲਾਇਆ ਨੇ ਸਭ ਕੁਝ ਵੇਖਿਆ ਜਿਹੜਾ ਆਇਆ ਸੀਗਾ ਕਬੀਰ ਜੀ ਕੋਲ, ਕਹਿੰਦਾ ਬਸ ਇੰਨਾ ਹੀ ਕੰਮ ਹੈ। ਕਬੀਰ ਜੀ ਕਹਿੰਦੇ ਦੇਖ ਲੈ ਤੇਰੇ ਸਾਹਮਣੇ ਹੀ ਹੋਇਆ, ਜੋ ਕੁਝ ਮੈਂ ਆਖਿਆ ਉਹਨੇ ਕਰ ਦਿੱਤਾ। ਕਹਿੰਦਾ ਲੈ ਇਹ ਤੇ ਮੈਂ ਵੀ ਕਰ ਲਾਂਗਾ। ਉਹ ਫਟਾਫਟ ਆਪਣੇ ਘਰ ਗਿਆ, ਜਾ ਕੇ ਆਪਣੀ ਵਹੁਟੀ ਨੂੰ ਕਹਿੰਦਾ ਜਾ ਬਾਹਰੋਂ ਚਿਕਨੀ ਮਿੱਟੀ ਲੈ ਕੇ ਆ। ਉਹ ਕਹਿੰਦੀ ਤੇਰੀ ਮੱਤ ਮਾਰੀ ਹੋਈ ਹੈ, ਮੈਂ ਕੋਈ ਘਰ ਦਾ ਕੰਮ ਇੰਨੇ ਹੈਗਾ ਮੇਰੇ ਸਿਰ ਤੇ, ਮੈਂ ਹੁਣ ਬਾਹਰ ਜਾਂਦੀ ਹਾਂ, ਨਾਲੇ ਬਾਹਰ ਦੇ ਕੰਮ ਤੁਸੀਂ ਮਰਦ ਲੋਕ ਕਰਦੇ ਹੋ, ਮੈਂ ਤੇ ਘਰ ਦੇ ਹੀ ਕੰਮ ਸੰਭਾਲਦੀ ਹਾਂ, ਤੂੰ ਆਪੇ ਜਾ ਕੇ ਲੈ ਆ। ਉਹ ਕਹਿੰਦਾ ਜਾਂਦੀ ਹੈ ਕਿ ਨਹੀਂ ਜਾਂਦੀ ਕਿ ਮੈਂ ਤੇਰੀ ਸਿਖਾਈ ਕਰਾਂ। ਉਹ ਵਿਚਾਰੇ ਉਹਨੂੰ ਰੋਬ ਦਿੱਤਾ, ਉਹਨੇ ਡਰਾਇਆ ਧਮਕਾਇਆ। ਕਹਿੰਦੀ ਲੈ ਆਈ, ਲਿਆ ਕੇ ਉਹਨੇ ਲਿਆ ਕੇ ਉਹਦੇ ਸਾਹਮਣੇ ਸੁੱਟ ਦਿੱਤੀ, ਲੈ ਫੜ ਮਿੱਟੀ ਮੇਰੀ ਜਾਨ ਛੱਡ। ਉਹ ਅੱਗੋਂ ਕਹਿੰਦਾ ਉਹਨੂੰ ਹੁਣ ਇਹਨੇ ਆਖਿਆ ਘਿਓ 'ਚ ਗੁੰਨ। ਉਹ ਜਿਉਂ ਹੀ ਉਹਨੇ ਸੁਣਿਆ ਘਿਓ 'ਚ ਗੁੰਨ, ਉਹ ਤਾਂ ਉਬਲ ਪਈ। ਕਹਿੰਦੇ ਤੇਰਾ ਦਿਮਾਗ ਖਰਾਬ ਹੈ, ਘਿਓ ਸਾਨੂੰ ਖਾਣ ਨੂੰ ਨਹੀਂ ਲੱਭਦਾ, ਤੂੰ ਕਹਿੰਦਾ ਮਿੱਟੀ ਨੂੰ ਘਿਓ 'ਚ ਗੁੰਨ ਦੇ, ਇਹਨੂੰ ਤਾਂ ਕੋਈ ਭੂਤ ਚੰਬੜ ਗਿਆ। ਉਹਨੇ ਰੌਲਾ ਪਾ ਦਿੱਤਾ, ਆਂਢੀ ਗੁਆਂਢੀ ਇਕੱਠੇ ਹੋ ਗਏ। ਉਹਨੇ ਜੋ ਕਿਹਾ ਕਿ ਵੀ ਇਹਨੂੰ ਤਾਂ ਕੋਈ ਭੂਤ ਚੰਬੜ ਗਿਆ। ਹੁਣ ਭੂਤ ਚੰਬੜ ਗਿਆ ਹੈ ਤੇ ਲੋਕਾਂ ਨੇ ਆ ਕੇ ਆਪਣੇ ਆਪਣੇ ਢੰਗ ਸਜਾਣੇ ਸ਼ੁਰੂ ਕਰਤੇ। ਕੋਈ ਬੰਦਾ ਝਾੜ ਫੂਕ ਵਾਲਾ ਆ ਗਿਆ, ਉਹਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਵੀ ਜਾਏ ਭੂਤ ਨਿਕਲ ਤੂੰ। ਉਹਨੇ ਰੌਲਾ ਪੈ ਗਿਆ, ਸਾਰੀ ਲੋਕੀ ਇਕੱਠੇ ਹੋ ਗਏ। ਇੰਨੇ ਨੂੰ ਉਧਰੋਂ ਕਿਤੇ ਤੁਰਦੇ ਫਿਰਦੇ ਕਬੀਰ ਜੀ ਵੀ ਉਧਰੋਂ ਲੰਘ ਰਹੇ ਸੀਗੇ। ਜਿਉਂ ਹੀ ਕਬੀਰ ਜੀ ਨੂੰ ਜੁਲਾਏ ਨੇ ਵੇਖਿਆ, ਉਹਨੇ ਕਿਹਾ ਇਹ ਫੜ ਲਓ, ਇਹਨੇ ਮੈਨੂੰ ਕਿਹਾ ਸੀਗਾ ਇਸ ਤਰ੍ਹਾਂ ਕਰਨ ਵਾਸਤੇ। ਕਬੀਰ ਜੀ ਵੀ ਕਹਿੰਦੇ ਵੀ ਦੱਸੋ ਕੀ ਹੋਇਆ, ਕੀ ਕਿਉਂ ਇਹਨੂੰ ਕੁੱਟਦੇ ਪਏ ਹੋ। ਉਹਨਾਂ ਸਾਰੀ ਗੱਲ ਦੱਸੀ। ਤੇ ਕਬੀਰ ਜੀ ਕਹਿੰਦੇ ਵੀ ਛੱਡੋ, ਇਹ ਵਿਚਾਰਾ ਭੋਲਾ ਆਦਮੀ ਹੈ, ਮੈਂ ਤਾਂ ਇਹਨੂੰ ਸਿਰਫ ਗੱਲ ਸਮਝਾਣੀ ਸੀਗੀ ਕਿ ਵੀ ਘਰ ਦੇ ਵਿੱਚ ਆਪਣੇ ਇਤਫਾਕ ਕਿਸ ਤਰ੍ਹਾਂ ਰੱਖੀਦਾ ਹੈ, ਕਿਵੇਂ ਸਾਰਿਆਂ ਨਾਲ ਮੇਲ ਜੋਲ ਰੱਖੀਦਾ ਹੈ। ਇਹਨੂੰ ਗੱਲ ਸਮਝ ਨਹੀਂ ਆਈ, ਤੁਸੀਂ ਇਹਨੂੰ ਛੱਡ ਦਿਓ, ਇਹਦਾ ਕਸੂਰ ਨਹੀਂ ਹੈ। ਉਹ ਖੈਰ ਕਹਿਣ ਤੋਂ ਮੁਰਾਦ ਕੀ ਹੈ ਕਿ ਕਬੀਰ ਜੀ ਦਾ ਸਟਾਈਲ ਆਪਣਾ ਸੀ ਗੱਲ ਨੂੰ ਸਮਝਾਉਣ ਦਾ। ਉਹ ਇੱਥੇ ਵੀ ਹੁਣ ਉਹਨਾਂ ਨੇ ਜਿਹੜੇ ਮਿਸਾਲਾਂ ਵਰਤੀਆਂ ਨੇ, ਉਹਨਾਂ ਨੂੰ ਕੋਈ ਆਮ ਬੰਦਾ ਪੜ੍ਹੇ ਸੁਣੇ ਤੇ ਉਹ ਕੁਝ ਸ਼ਾਇਦ ਇਹਨੂੰ ਭੁਲੇਖਾ ਲੱਗ ਜਾਵੇ ਕਿ ਕਬੀਰ ਜੀ ਵੀ ਕੋਈ ਸ਼ਰਾਬ ਦੀ ਗੱਲ ਕਰ ਰਹੇ ਨੇ ਜਾਂ ਕੋਈ ਯੋਗ ਕਿਰਿਆਵਾਂ ਦੀ ਗੱਲ ਕਰ ਰਹੇ ਨੇ। ਪਰ ਐਸੀ ਕੋਈ ਗੱਲ ਹੈ ਨਹੀਂ। ਉਹਨਾਂ ਦੇ ਜੋ ਅੰਤਰੀਵ ਭਾਵ ਹੈ ਉਹ ਸਮਝਣੇ ਜ਼ਿਆਦਾ ਜ਼ਰੂਰੀ ਹਨ, ਜਿਸ ਪੁਆਇੰਟ ਨੂੰ ਐਸਟੈਬਲਿਸ਼ ਕਰਨ ਵਾਸਤੇ ਮੈਂ ਕਹਾਣੀ ਦੀ ਮਿਸਾਲ ਵੀ ਆਪ ਜੀ ਸਾਹਮਣੇ ਰੱਖੀ ਹੈ। ਤੋ ਇਸ ਪਹਿਲੇ ਪਦੇ ਵਿੱਚ ਤਾਂ ਉਹਨਾਂ ਨੇ ਸਿਰਫ ਇਹੀ ਗੱਲ ਕੀਤੀ ਹੈ ਕਿ ਵੀ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਜੋ ਉਸ ਪਰਮਾਤਮਾ ਦੀ ਸਾਰੀ ਦੁਨੀਆ ਦੇ ਉੱਤੇ ਜੋ ਉਸਨੇ ਸਾਰੀ ਮਾਇਆ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਔਰ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਤੇ ਹੁਣ ਉਹਨਾਂ ਦੀ ਜੋ ਆਪਣੇ ਮਨ ਦੀ ਅਵਸਥਾ ਹੈ ਕਿ ਉਹ ਅੱਠੇ ਪਹਿਰ ਹਰ ਵਕਤ ਹੀ ਉਸ ਪਰਮਾਤਮਾ ਦੀ ਹੁਕਮ ਦੇ ਵਿੱਚ ਜੁੜਿਆ ਹੋਇਆ ਹੈ, ਉਹਦੀ ਰਜ਼ਾ ਦੇ ਵਿੱਚ ਕਿਵੇਂ ਰਾਜ਼ੀ ਹੈ ਕਿ ਜੀਵਨ ਦੀ ਹਰ ਕਿਰਿਆ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੁੰਦੀ ਹੈ। ਉਸ ਗੱਲ ਨੂੰ ਸਮਝਾਉਣ ਵਾਸਤੇ ਹੁਣ ਉਹ ਸ਼ਰਾਬ ਦੀ ਜੋ ਮਿਸਾਲ ਹੈ ਉਹ ਦਿੰਦੇ ਹਨ ਕਿ ਸ਼ਰਾਬ ਕੱਢੀ ਕਿਵੇਂ ਜਾਂਦੀ ਹੈ। ਤਾਂ ਉਹਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਨਕ ਕਲਸ਼ ਇੱਕ ਪਾਇਆ, ਇਸਮੈ ਧਾਰ ਚੁਐ ਅਤ ਨਿਰਮਲ ਰਸਮੈ ਰਸਨ ਚੁਆਇਆ। ਪਾਠੀ ਮਤਲਬ ਭੱਠੀ ਜਿਹਦੇ ਨੂੰ ਇਸਤੇਮਾਲ ਕਰਕੇ ਤੇ ਫਿਰ ਉਹਦੇ ਉੱਤੇ ਗਰਮ ਕਰਕੇ ਡਿਸਟਿਲੇਸ਼ਨ ਕੀਤੀ ਜਾਂਦੀ ਹੈ ਤੇ ਉਹ ਸ਼ਰਾਬ ਨੂੰ ਕੰਸੈਂਟਰੇਟ ਕੀਤਾ ਜਾਂਦਾ ਹੈ। ਗਗਨ ਦਾ ਅਖਰੀ ਅਰਥ ਹੁੰਦਾ ਹੈ ਆਕਾਸ਼, ਪਰ ਇੱਥੇ ਜੋ ਭਾਵ ਅਰਥ ਹੈ ਉਹ ਕਬੀਰ ਜੀ ਨੇ ਉਹਨੂੰ ਦਿਮਾਗ ਦੇ ਵਾਸਤੇ, ਦਸਵੇਂ ਦਵਾਰ ਵਾਸਤੇ, ਜਿਹਦੇ ਰਾਹੀਂ
ਪਰਮਾਤਮਾ ਨਾਲ ਸੁਰਤ ਜੋੜੀ ਜਾ ਸਕਦੀ ਹੈ, ਉਸ ਅਰਥ 'ਚ ਵਰਤਿਆ ਹੈ। ਇਹਦੀ ਮਿਸਾਲ ਗੁਰਬਾਣੀ ਚੋਂ ਹੋਰ ਵੀ ਸਾਨੂੰ ਅੱਗੇ ਮਿਲੇਗੀ। ਸਿੰਗਿਆ ਔਰ ਚੁੰਗਿਆ। ਸਿੰਗਿਆ ਦਾ ਜੋ ਭਾਵ ਅਰਥ ਹੈ ਉਹ ਹੁੰਦਾ ਹੈ ਸੰਗਣਾ, ਭਾਵ ਬਚ ਕੇ ਰਹਿਣਾ, ਉਹਨੂੰ ਛੱਡ ਦੇਣਾ। ਤੇ ਚੁੰਗਿਆ ਹੁੰਦਾ ਹੈ ਚੁੰਗਣਾ, ਉਹ ਮਤਲਬ ਹੁੰਦਾ ਹੈ ਕਿ ਉਹਦੇ ਵਿੱਚੋਂ ਜੋ ਕੁਝ ਪ੍ਰਾਪਤ ਹੋ ਸਕਦਾ ਉਹ ਪ੍ਰਾਪਤ ਕਰ ਲੈਣਾ। ਚੁੰਗਣਾ ਆਮ ਤੌਰ ਤੇ ਕਿਰਿਆ ਹੁੰਦੀ ਹੈ, ਜਿਵੇਂ ਮੱਝ ਨੂੰ ਕੱਟਾ ਚੁੰਗਦਾ ਹੈ ਜਾਂ ਬੱਚਾ ਮਾਤਾ ਦੇ ਥਣਾ ਤੋਂ ਦੁੱਧ ਚੁੰਗਦਾ ਹੈ। ਤਾਂ ਚੁੰਗਣਾ ਭਾਵ ਹੁੰਦਾ ਹੈ ਕਿ ਕੋਈ ਚੀਜ਼ ਵੀ ਕੰਟੀਨਿਊਸਲੀ ਰਿਸੀਵ ਕਰਨੀ, ਉਹਦੇ ਤੋਂ ਪ੍ਰਾਪਤ ਕਰਨੀ। ਤਾਂ ਸਿੰਗਿਆ ਦਾ ਅਰਥ ਹੈ ਸੰਗਣਾ। ਸੰਗਣਾ ਭਾਵ ਹੁੰਦਾ ਹੈ ਕਿ ਇਹਦਾ ਪਰਹੇਜ਼ ਕਰਨਾ, ਇਹਨੂੰ ਅਵੋਇਡ ਕਰਨਾ। ਤਾਂ ਇਹ ਦੋਨੋਂ ਇੱਕ ਦੂਜੇ ਤੋਂ ਆਪੋਜ਼ਿਟ ਕਿਰਿਆਵਾਂ ਹਨ। ਤਾਂ ਇਹਨਾਂ ਦਾ ਅੱਗੇ ਫਿਰ ਜੋ ਹੈ ਡਿਟੇਲ ਜਿਹੜੀ ਅਸੀਂ ਸਮਝਾਂਗੇ। ਕਣਕ ਦਾ ਅਰਥ ਹੁੰਦਾ ਹੈ ਸੋਨਾ, ਤੇ ਕਲਸ਼ ਇੱਕ ਮੱਟ ਹੁੰਦਾ ਹੈ, ਘੜਾ ਸਮਝ ਲਓ, ਜਿਹਦੇ ਵਿੱਚ ਜਦੋਂ ਡਿਸਟੀਲੇਸ਼ਨ ਕੀਤੀ ਜਾਂਦੀ ਹੈ ਤੇ ਫਿਰ ਸ਼ਰਾਬ ਜੋ ਕੰਸਨਟ੍ਰੇਟ ਹੋ ਕੇ ਉਹਦੇ ਅੰਦਰ ਇਕੱਠੀ ਕੀਤੀ ਜਾਂਦੀ ਹੈ। ਇੱਕ ਉਹ ਜੋ ਸ਼ਰਾਬ ਦੀ ਗੱਲ ਜਦੋਂ ਆਏਗੀ ਤੇ ਉਹਦਾ ਭਾਵ ਸ਼ਰਾਬ ਹੀ ਹੈ, ਪਰ ਕਬੀਰ ਜੀ ਦਾ ਇੱਥੇ ਜੋ ਭਾਵ ਅਰਥ ਹੈ ਉਹ ਇੱਕ ਪਰਮਾਤਮਾ ਵਾਸਤੇ ਹੈ ਕਿ ਇਉਂ ਮੈਂ ਉਸ ਪਰਮਾਤਮਾ ਦੇ ਨਾਲ ਜੋੜਦਾ ਹਾਂ, ਉਹਦਾ ਨਾਮ ਮੇਰੇ ਹਿਰਦੇ ਵਿੱਚ ਆਉਂਦਾ ਹੈ। ਤੇ ਉਹ ਜਿਵੇਂ ਸ਼ਰਾਬ ਕੰਸਨਟ੍ਰੇਟ ਹੋ ਕੇ ਉਸ ਮੱਟ ਦੇ ਵਿੱਚ ਪੈਂਦੀ ਹੈ, ਤਾਂ ਉਹ ਅਗਲੀ ਲਾਈਨ ਵਿੱਚ ਕਬੀਰ ਜੀ ਕਹਿ ਰਹੇ ਹਨ ਕਿ ਤਿਸ ਮੈਂ ਧਾਰ ਚੁਐ। ਧਾਰ ਮਤਲਬ ਕੰਟੀਨਿਊਸ ਫਲੋ ਹੁੰਦਾ ਹੈ, ਚੁਐ ਮਤਲਬ ਪੈਂਦੀ ਹੈ, ਚੋ ਕੇ ਪੈਂਦੀ ਹੈ, ਕੰਟੀਨਿਊਸ ਡ੍ਰੌਪ ਪੈਂਦੇ ਰਹਿੰਦੇ ਹਨ। ਨਿਰਮਲ ਤੋਂ ਭਾਵ ਹੈ ਬਿਲਕੁਲ ਪਿਓਰੀਫਾਈ ਹੋ ਕੇ। ਤੇ ਰਸਮੈ, ਰਸਨ ਤੋਂ ਭਾਵ ਹੈ ਕਿ ਸਭ ਤੋਂ ਸ੍ਰੇਸ਼ਟ ਰਸ, ਚੰਗਾ, ਸਭ ਤੋਂ ਵਧੀਆ ਰਸ ਜਿਹੜਾ ਹੈ। ਤੋ ਇਸ ਪਦੇ ਦੇ ਅਰਥ ਸਮਝਣ ਤੋਂ ਪਹਿਲਾਂ ਹੁਣ ਜਿਹੜੀਆਂ ਮਿਸਾਲਾਂ ਕਬੀਰ ਜੀ ਨੇ ਦਿੱਤੀਆਂ ਨੇ, ਜਿਸ ਪ੍ਰੋਸੈਸ ਦੀ ਗੱਲ ਉਹਨਾਂ ਨੇ ਕੀਤੀ ਹੈ, ਥੋੜਾ ਜਿਹਾ ਉਸ ਪ੍ਰੋਸੈਸ ਨੂੰ ਵੀ ਸਮਝ ਲਈਏ। ਇਹ ਜੋ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਸ ਤਰੀਕੇ ਦੇ ਨਾਲ ਡਿਸਟੀਲੇਸ਼ਨ ਹੁੰਦੀ ਹੈ, ਇਹ ਇੱਕ ਉਹਦਾ ਸੀਨ ਤੁਹਾਡੇ ਸਾਹਮਣੇ ਹੈ। ਲੈਬੋਰਟਰੀ ਦੇ ਅੰਦਰ ਇਸ ਤਰੀਕੇ ਦੇ ਨਾਲ ਡਿਸਟੀਲੇਸ਼ਨ ਕੀਤੀ ਜਾਂਦੀ ਹੈ। ਸਭ ਤੋਂ ਥੱਲੇ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਰਨਰ ਲਿਖਿਆ ਹੋਇਆ ਹੈ, ਜਿਹਦਾ ਕੰਮ ਹੈ ਹੀਟ ਪ੍ਰੋਵਾਈਡ ਕਰਨਾ। ਇਹ ਕੰਮ ਪੁਰਾਣੇ ਜ਼ਮਾਨੇ ਦੇ ਵਿੱਚ ਭੱਠੀ ਤੋਂ ਲਿਆ ਜਾਂਦਾ ਸੀ। ਲੈਬੋਰਟਰੀ ਦੇ ਵਿੱਚ ਇਹ ਗੈਸ ਬਰਨਰ ਹੁੰਦਾ ਹੈ, ਉਹਦਾ ਕੰਮ ਹੁੰਦਾ ਹੀਟ ਪ੍ਰੋਵਾਈਡ ਕਰਨਾ। ਤੇ ਭੱਠੀ ਦੇ ਨਾਲ ਵੀ, ਭੱਠੀ ਦੀ ਜਿਹੜੀ ਕੋਲਿਆਂ ਦੇ ਨਾਲ ਜਾਂ ਉਹਦੇ ਅੰਦਰ ਹੋਰ ਗੋਹੇ ਆਦਿ ਵਗੈਰਾ ਉਹਦੇ ਅੰਦਰ ਪਾ ਕੇ ਉਹਦੇ ਅੰਦਰ ਅੱਗ ਬਾਲੀ ਜਾਂਦੀ ਹੈ। ਉਹ ਇਸ ਕੰਮ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ ਕਿ ਭਈ ਜਿਹੜਾ ਉਹਦੇ ਉੱਪਰ ਮਿਕਸਚਰ ਰੱਖਿਆ ਹੋਇਆ ਹੈ, ਜਿਹਦੇ ਵਿੱਚ ਸ਼ਰਾਬ ਔਰ ਪਾਣੀ ਔਰ ਹੋਰ ਕੁਝ ਇੰਪਿਓਰਿਟੀਜ਼ ਮਿਕਸਡ ਹੈਗੀਆਂ ਨੇ, ਉਹ ਸਾਰੀਆਂ ਦੇ ਵਿੱਚੋਂ ਵੱਖਰੀ ਕਰਕੇ ਸ਼ਰਾਬ ਨੂੰ ਕੱਢਣਾ ਕਿਵੇਂ ਹੈ। ਉਹਦੇ ਵਾਸਤੇ ਹੀਟ ਦਾ ਇਸਤੇਮਾਲ, ਗਰਮੀ ਦਾ ਇਸਤੇਮਾਲ ਕੀਤਾ ਜਾਂਦਾ, ਸੇਕ ਦਾ ਇਸਤੇਮਾਲ ਕੀਤਾ ਜਾਂਦਾ ਹੈ। तो ये बर्नर जड़ा है ये समझो मानो भट्ठी की रिप्लेसमेंट है। फिर ये ऊपर जो फ्लास्क है डिस्टिलेशन करने वाला, वो भांडा है जिहदे अंदर इम्प्योर जड़ी शराब है वो पई हुंदी है, जड़ी मिक्सचर है। तो ये डिस्टिलिंग फ्लास्क के अंदर है। तो हुण हो की रहा है कि थल्लों हीट प्रोवाइड की जाती है, तो वो जो मिक्सचर है वो गर्म होना शुरू हो जाता है। हुण उस मिक्सचर के अंदर शराब भी है तो पानी भी है। और खूबी ये है कि पानी जिवें तुसीं सारे जानते हो कि पानी का जो बॉइलिंग पॉइंट आता है वो 100 डिग्री सेंटीग्रेड होता है। 100 डिग्री ते टैंपरेचर पहुँच जाए तो पानी की भाप बन जाती है। पर जिहड़ी अल्कोहल है, शराब है, वो 79 डिग्री ते ही वेपराइज हो जाती है, उबलनी शुरू हो जाती है। तो बस इस डिफरेंस का ही इस्तेमाल करके डिस्टिलेशन प्रोसैस जिहड़ा है उन्होंने वरतिया जाता है। इसे करके लैबोरेटरी के अंदर उपर थर्मामीटर भी कंट्रोल वास्ते लगाया जाता है कि ਜਿਹੜਾ ਮਿਕਸਚਰ ਹੈ ਉਹ ਉਹਨੂੰ ਇੰਨੀ ਹੀਟ ਦਿੰਦੇ ਹਨ ਕਿ ਟੈਂਪਰੇਚਰ ਜਿਹੜਾ 80-82 ਡਿਗਰੀ ਤੋਂ ਉੱਪਰ ਨਾ ਜਾਵੇ। ਤਾਂ ਉਹਦੇ ਨਾਲ ਕੀ ਹੋਏਗਾ ਕਿ ਅਲਕੋਹਲ ਤਾਂ ਵੇਪਰਾਈਜ਼ ਹੋ ਜਾਏਗੀ, ਉਹ ਉਬਲਣੀ ਸ਼ੁਰੂ ਹੋ ਜਾਏਗੀ, ਪਰ ਪਾਣੀ ਜਿਹੜਾ ਹੈ ਉਹ ਅਜੇ ਸਿਰਫ ਭਾਂਡੇ ਦੇ ਵਿੱਚ ਹੀ ਰਹੇਗਾ, ਲਿਕੁਇਡ ਫਾਰਮ ਵਿੱਚ ਰਹੇਗਾ, ਤੇ ਅਲਕੋਹਲ ਦੀ ਜਿਹੜੀ ਹੈ ਉਹ ਗੈਸ ਬਣ ਜਾਏਗੀ। ਤਾਂ ਜਦੋਂ ਇਹ 80 ਡਿਗਰੀ ਦਾ ਟੈਂਪਰੇਚਰ ਮੇਨਟੇਨ ਕੀਤਾ ਜਾਂਦਾ ਹੈ ਤੇ ਅਲਕੋਹਲ ਦੇ ਵੇਪਰਸ ਬਣ ਕੇ ਉੱਪਰ ਨੂੰ ਉੱਠਦੇ ਹਨ। ਉਹਦੇ ਨਾਲ ਅੱਗੇ ਇੱਕ ਪਾਈਪ ਜੁੜੀ ਹੋਈ ਹੈ ਜਿਹੜੀ ਸਾਈਡ ਦੇ डाउन साइड मूव है, थले पाइप जा रही है। तो उसकी जी पाइप हुण जा रही है उहदे आले दुआले हुण उहदे विचों जिहड़े हन अल्कोहल के वेपर्स गुजर रहे हैं। उन्होंने मुड़ के लिक्विड फॉर्म में लियाउण वास्ते उन्होंने ठंडा करने का इंतजाम किया जाता है। ये अंदर की है कि एक कंडेंसर यूनिट लगाया गया जिहदे अंदर एक पासे तो ठंडा पानी पाया जाता है, वो सारे इस पाइप नूं ठंडा पानी जो है ठंडा करता है, ਇਹਦਾ ਟੈਂਪਰੇਚਰ ਲੋ ਕਰ ਦਿੰਦਾ ਹੈ। ਤੇ ਫਿਰ ਉਸ ਤੋਂ ਬਾਅਦ ਜੋ ਪਾਣੀ
ਤੋਂ ਜਿਹੜਾ ਹੈ ਉਸ ਵੇਪਰਸ ਤੋਂ ਹੀਟ ਟ੍ਰਾਂਸਫਰ ਹੁੰਦੀ ਹੈ, तो वेपर ਜਿਹੜੇ ਹਨ ਉਹ ਕੰਡੈਂਸ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹ ਮੁੜ ਕੇ ਲਿਕੁਇਡ ਬਣ ਜਾਂਦੇ ਹਨ ਤੇ ਪਾਣੀ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਉਹ ਗਰਮ ਪਾਣੀ ਨੂੰ ਕੱਢਣ ਵਾਸਤੇ ਦੂਜੇ ਪਾਸੇ ਇੱਕ ਪਾਈਪ ਲਗਾਈ ਹੁੰਦੀ ਹੈ ਜਿਹਦੇ ਵਾਟਰ ਆਊਟ ਲਿਖਿਆ ਗਿਆ ਹੈ। तो ਉਹ ਦੂਜੀ ਪਾਈਪ ਹੈ ਜਿਹਦੇ ਵਿੱਚੋਂ ਪਾਣੀ ਬਾਹਰ ਨਿਕਲ ਜਾਂਦਾ ਹੈ। ਹੁਣ ਜਦੋਂ ਇਹ ਅਲਕੋਹਲ ਦੇ ਵੇਪਰ ਜਿਹੜੇ ਨੇ ਉਹ ਮੁੜ ਕੇ ਲਿਕੁਇਫਾਈ ਹੋ ਜਾਂਦੇ ਨੇ ਤੇ ਉਹ ਫਿਰ ਅੱਗੇ ਡ੍ਰੌਪ ਬਾਈ ਡ੍ਰੌਪ ਜਾ ਕੇ ਤੇ ਰਿਸੀਵਿੰਗ ਫਲਾਸ ਦੇ ਵਿੱਚ ਉਹ ਪਿਓਰੀਫਾਈਡ ਜਿਹੜੀ ਅਲਕੋਹਲ ਹੈ, ਕਿਉਂਕਿ ਉਹਦੇ ਵਿੱਚ ਹੁਣ ਸਿਰਫ ਅਲਕੋਹਲ ਹੀ ਵੇਪਰ ਬਣੇ ਹਨ, ਪਾਣੀ ਤਾਂ ਉਬਲਿਆ ਨਹੀਂ ਹੈ, तो इस करके वो अल्कोहल जी है वो अंदर पैनी शुरू हो जाती है। जिते जिहदा जिक्र उन्होंने कनक कलश के नाल कीता है, मठ की गल की है जिस कलश दे विच वो धार चौंदी है। तो ये इस तरह की ये गल है कि ये हुण भट्ठी इधर है, मान लो जो बर्नर है ते वो भांडा है जिहदे विच ओरिजिनल मिक्सचर पिया होया है, ये उधर ठंडा करन दा प्रोसैस है जिहदे विचों दूजी नाली जिहदे चों पानी बाहर निकलदा है ते एक नाली है जिहदे विचों प्योर शराब निकलदी है, वो फिर जाके उस मठ दे विच इकट्ठी की जाती है। सो ये कोई अनहोनी गल नहीं है, गुरबाणी के अंदर ईवन गुरु नानक पातशाह ने भी इस प्रोसैस का जिक्र किया होया है। जो भरथर जोगी जी नाल उन्हां दी गलबात हुई तो जो आसा राग के अंदर शब्द है, गुरु कर ज्ञान ध्यान कर धावै कर करनी का सपाई है, पाठी भवन प्रेम का पोचा इत रस अम्यो चुआई है। तो इत्थे जिहड़ा गुरु नानक पातशाह ने प्रेम के पोचे की गल की है, तो जिहड़ा असीं उत्थे हुणे कंडेंसर देखिया है जिहदे विच पानी चलदा है, तो पुराने जमाने के अंदर ये पाइप वगैरह लगाउण दा शायद अजे टैक्नीक उन्हां नूं आंदी नहीं सी, तां लोग की करदे सीगे कि पानी ठंडा पानी या बर्फ वाला पानी लैके ਉਹਦੇ ਵਿੱਚ ਕੱਪੜੇ ਨੂੰ ਭਿਓ ਲੈਂਦੇ ਸੀਗੇ ਉਸ ਪੋਚੇ ਨੂੰ, ਤੇ ਉਹ ਠੰਡਾ ਹੋਇਆ ਹੋਇਆ ਪੋਚਾ ਜਿਹੜਾ ਸੀਗਾ ਉਹ ਫਿਰ ਉਸ ਪਾਈਪ ਦੇ ਉੱਤੇ ਰੱਖਦੇ ਸਨ ਜਿਹਦੇ ਵਿੱਚੋਂ ਵੇਪਰਸ ਗੁਜ਼ਰ ਰਹੇ ਹੁੰਦੇ ਹਨ ਅਲਕੋਹਲ ਦੇ, ਤੇ ਉਹ ਫਿਰ ਠੰਡੀ ਬਰਫ਼ ਦਾ ਪੋਚਾ ਜਿਹੜਾ ਉਹਦੇ ਉੱਤੇ ਪੈਂਦਾ ਤੇ ਉਹ ਕੰਮ ਉਹੀ ਕਰਦਾ ਹੈ ਕਿ ਉਹ ਫਿਰ ਉਹ ਵੇਪਰਸ ਨੂੰ ਦੁਬਾਰਾ ਲਿਕੁਇਫਾਈ ਕਰ ਦਿੰਦਾ ਹੈ। तो इत रस अम्यो चुआई, अम्यो इत्थे गुरु साहब ने अमृत की गल की है, तो एग्जाम्पल वो शराब वाली ही लई है कि उस पाठी की गल जिवें कीती है। तो गुरु नानक पातशाह के समझ शब्द के अंदर भी राहो के अंदर गल करते हैं कि बाबा मन मत बारो नाम रस पीवै सहज रंग रच रहा एनिस बनी प्रेम लिव लागी शब्द अनाहत गया। तो तकरीबन सिमिलैरिटी है शब्दों की, अनाहत की गल भी आ गई है, मन मस्त होने की गल भी आ गई है, सहज रंग की गल आ गई है, ते पाठी दी ये सारी गल्लां वो मिसाल वो शराब की लई है, फिर अगों प्याले की गल भी आ गई है। सो पर वो विचकार उन्होंने गल समझा दी है कि जिहड़ा नाम अमृत का व्यापारी है वो झूठी शराब नाल कोई प्यार नहीं करता, वो तो नाम अमृत का व्यापारी हुंदा है। पर एग्जाम्पल जो उन्होंने सुनी लई है वो जोगी भरथर नूं समझाउण वास्ते उन्होंने भी ये शराब की डिस्टिलेशन के प्रोसैस की एग्जाम्पल लिती है। सो पाठी गगन सिंघिया हर चुंगिया कनक कलश एक पाया इसमें धार चुए अत निर्मल रस में रसन चुआया। हुण इत्थे गल गगन की आई है, गगन नूं भी जिहड़ा है गुरबाणी च कबीर जी ने भी एक जगह ते होर भी वरत्या है, गगन नगर एक बूंद न बरखै नाद कहाँ जो समाना पार ब्रह्म परमेश्वर माधो परमहंस ले सिधाना। तो ये गगन लफज जड़ा है ये दिमाग वास्ते ही है, दसम द्वार वास्ते है। उस शब्द के अंदर जड़ा है आम तौर पर असी मृतक संस्कार वेले रागियां पासों सुनते हाँ, हालांकि वह कोई मृतक नाल संबंध है नहीं है। तो उत्थे कबीर जी ने गगन नगर की गल की है कि बई वो जड़ा मन के अंदर दिमाग के अंदर विषय विकारां दा काम क्रोध का रौला पिया रहिंदा सीगा वो हुण कित्थे चला गया। पर उत्थे भी गगन नगर का भाव है जो दिमाग वास्ते सुरती वास्ते कबीर जी ने उत्थे भी वरत्या है, इत्थे भी गगन लफज जिहड़ा है दिमाग वास्ते वरत्या गया है। तो कबीर जी कहते हैं कि मेरा दिमाग भट्ठी बनिया पिया है, भाव उस भट्ठी के राही मेरी सुरत जिहड़ी है वो प्रभु के नाल जुड़ी हुई है। ते भैड़े कर्मां वालों संकोच सिंघिया मानो वो पानी जिहड़ा गर्म हो चुका है उन्होंने बाहर कड्ढण वाली नाली है। ते गुनाह नूं ग्रहण करना मानो नाम नूं हिरदे च वसाना ये वो नाली है जिहदे विचों प्योरीफाइड अल्कोहल शराब कड्ढण वाली अर्क जिहड़ा शराब दा कंसनट्रेटेड अल्कोहल है बन गई है, वो चुंगिया वो है जिहड़ी जिहदी जिहड़ी वो वाली दूसरी नाली है। ते कनक कलश सोने का कलश, सोना क्योंकि पवित्र मन्निया जाता है। कबीर जी ने शुद्ध हिरदे वास्ते गल की है, शुद्ध मेरा शुद्ध हिरदा जिहदे विच होर कोई विकार नहीं हैं, जिहदे विच कोई विकारां दे वास्ते कोई अटैचमेंट नहीं है, वो मानो सोने का मट है जिहदे विच वो प्रभु नूं मैं प्राप्त कर लैंदा हाँ। जिवें उस मट के अंदर शराब कंसनट्रेट होकर इकट्ठी होंदी है, इवें ही
मैं अपने दिमाग ਦੇ ਨਾਲ ਸੁਰਤ ਜੋੜ ਕੇ ਭੈੜੇ ਕਰਮਾਂ ਵੱਲੋਂ ਸੰਕੋਚ ਕਰਕੇ ਤੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਕੇ ਇਹ ਦੋ ਨਾਲੀਆਂ ਵਰਤ ਕੇ ਤੇ ਆਪਣੇ ਹਿਰਦੇ ਰੂਪੀ ਮੱਠ ਦੇ ਅੰਦਰ ਮੈਂ ਇਹ ਵਾਲੀ ਸ਼ਰਾਬ ਇਹ ਵਾਲਾ ਰਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦਾ ਹਾਂ ਤੇ ਫਿਰ ਉਸ ਭਾਂਡੇ 'ਚ ਇਕੱਠਾ ਹੋ ਕੀ ਰਿਹਾ ਹੈ ਤਿਸਮੈ ਧਾਰ ਚੁਹਤ ਨਿਰਮਲ ਉਹ ਇੱਕ ਧਾਰ ਲਗਾਤਾਰ ਕੰਟੀਨਿਊਟੀ ਵਿਦਆਊਟ ਬ੍ਰੇਕ ਧਾਰ ਹੁੰਦੀ ਹੈ ਜਿਹਦੇ ਵਿੱਚ ਬ੍ਰੇਕ ਨਹੀਂ ਲੱਗਦੀ ਇੱਕ ਇੱਕ ਬੂੰਦ ਕਰਕੇ ਰੁਕਦੀ ਨਹੀਂ ਹੈ ਕੰਟੀਨਿਊਸ ਪਾਣੀ ਡ੍ਰੌਪ ਜਿਵੇਂ ਉਹਦੇ 'ਚ ਵੀ ਅਲਕੋਹਲ ਲਗਾਤਾਰ ਪੈ ਰਹੀ ਹੈ तो तिसमें धार चुआए अत निर्मल फिर हमेशा मेरे शुद्ध हृदय ਦੇ ਵਿੱਚ ਇਹ ਨਾਮ ਅੰਮ੍ਰਿਤ ਦੀ ਬਿਲਕੁਲ ਨਿਰਮਲ ਸਾਫ਼ ਸੁਥਰੀ ਧਾਰ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਰਸਮੈ ਰਸਨ ਸਭ ਤੋਂ ਵਧੀਆ ਐਨ ਬਿਲਕੁਲ ਪਿਉਰੀਫਾਈਡ ਉੱਥੇ ਪਿਓਰ ਸ਼ਰਾਬ ਹੈ ਇਹ ਸਭ ਤੋਂ ਪਿਉਰੀਫਾਈਡ ਜਿਹੜਾ ਰਸਾਂ ਤੋਂ ਸਵਾਦਲਾ ਨਾਮ ਦਾ ਰਸ ਜਿਹੜਾ ਹੈ ਉਹ ਮੇਰੇ ਹਿਰਦੇ ਦੇ ਵਿੱਚ ਪੈ ਰਿਹਾ ਹੈ ਚੋ ਰਿਹਾ ਹੈ ਇਹ ਹੁਣ ਐਸੀ ਵਧੀਆ ਗੱਲ ਹੋ ਗਈ ਹੈ ਕਬੀਰ ਜੀ ਕਹਿੰਦੇ ਹਨ ਵੀ ਇੱਕ ਜੋ ਬਾਤ ਅਨੂਪ ਬਣੀ ਹੈ ਹੁਣ ਸ਼ਰਾਬ ਤਾਂ ਮਿਲ ਗਈ ਹੁਣ ਨਿਰੀ ਸ਼ਰਾਬ ਭਾਂਡੇ 'ਚ ਪਈ ਰਵੇ ਤੇ ਨਸ਼ਾ ਥੋੜਾ ਹੋ ਜਾਂਦਾ ਹੈ ਤੋਂ ਫਿਰ ਉਹ ਜਿਹੜੇ ਸ਼ਰਾਬ ਦੇ ਸੇਵਨ ਕਰਨ ਵਾਲੇ ਨੇ ਉਹ ਫਿਰ ਅਗਲਾ ਸਟੈਪ ਲੈਂਦੇ ਹਨ ਕਿ ਵੀ ਉਸ ਭਾਂਡੇ 'ਚੋਂ ਬਣੀ ਸ਼ਰਾਬ ਨੂੰ ਸੰਭਾਲ ਲੈਂਦੇ ਹਨ ਫਿਰ ਬਾਅਦ ਵਿੱਚ ਪਿਆਲੇ 'ਚ ਪਾ ਕੇ ਪੀਂਦੇ ਹਨ ਤੋਂ ਕਬੀਰ ਜੀ ਕਹਿੰਦੇ ਨੇ ਹਾਂ ਮੇਰੇ ਕੋਲ ਵੀ ਪਿਆਲਾ ਹੈਗਾ ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ तीन भवन में एको जोगी कहो कवन है राजा अनूप का मतलब है अनूप जिहदी उपमा ना की जा सके जिहदी किसी चीज़ नाल मिसाल ना दी जा सके बड़ी कमाल की चीज़ होवे वो कहते हैं कि बड़ी बड़ी कमाल की गल बन गई है कि पवन प्याला सजिया मैं पवन नूं स्वासां नूं अपने नाम अमृत पीण वास्ते जिहड़ी शराब मैं अपने वास्ते कड्डी हुई है उहनूं पीण वास्ते मैं अपने स्वासां दा प्याला बनाया भाव ਉਹ ਜਿਹੜੀ ਪਰਮਾਤਮਾ ਦੇ ਨਾਮ ਦੀ ਸ਼ਰਾਬ ਮੇਰੇ ਸੋਨੇ ਦੇ ਮੱਟ 'ਚ ਸ਼ੁੱਧ ਹਿਰਦੇ 'ਚ ਇਕੱਠੀ ਹੋਈ ਸੀ ਉਹਨੂੰ ਮੈਂ ਹਰ ਸਵਾਸ ਆਪਣੀ ਯਾਦ ਦਾ ਹਿੱਸਾ ਬਣਾ ਲਿਆ ਮੈਂ ਹਰ ਸਵਾਸ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਹਾਂ तो ਇਹ ਮੇਰਾ ਪਿਆਲਾ ਹੈ ਜਿਹਦੇ ਨਾਲ ਮੈਂ ਉਹ ਨਾਮ ਦੀ ਸ਼ਰਾਬ ਪੀ ਰਿਹਾ ਹਾਂ ਹਰ ਸਵਾਸ ਉਸ ਪਰਮਾਤਮਾ ਨੂੰ ਯਾਦ ਕਰਨਾ ਇਹ ਮੇਰਾ ਪਿਆਲਾ ਹੈ ਜਿਹਦੇ ਰਾਹੀਂ ਉਹ ਸ਼ਰਾਬ ਮੈਂ ਸੇਵਨ ਕਰ ਰਿਹਾ ਹਾਂ ਨਾਮ ਦਾ ਰਸ ਮਾਣ ਰਿਹਾ ਹਾਂ ਪਵਨ ਪਿਆਲਾ ਸਾਜਿਆ ਤੇ ਜਦੋਂ ਫਿਰ ਇਹ ਵਾਲਾ ਨਸ਼ਾ ਮੈਨੂੰ ਚੜਦਾ ਹੈ ਜਦੋਂ ਇਹ ਨਾਮ ਰਸ ਮੈਂ ਪੀ ਲੈਂਦਾ ਹਾਂ ਤਾਂ ਜਿਹੜਾ ਹੈ ਫਿਰ ਐਸੀ ਮੇਰੀ ਅਵਸਥਾ ਬਣ ਜਾਂਦੀ ਹੈ ਫਿਰ ਉਹ ਕਹਿੰਦੇ ਨੇ ਪੰਡਤ ਹੁਣ ਦੱਸ ਤੂੰ ਕਿ तीन भवन में एको जोगी कहो कवन है राजा कि फिर मैनू जो सवास जपन करके जो मेरा हिरदा कन्विंस हो जाता है मन जाता है कि सारे जगत दे विच एक प्रभु ही व्यापक है तीन भवन में सारी सृष्टि सारी कायनात दे विच इको ही जोगी है जिहड़ा जुड़िया होया है जिहड़ा मिलिया होया है सब व्यापक है सब थां जिहड़ा मौजूद है कोई उस तो वड्डा भी कोई हो सकता है कहो कवन है राजा राजे तो भाव है जिहदा सारियां दे उत्ते हुकम चलदा होवे जिहड़ा सब तो वड्डा होवे तो उस परमात्मा तो छुट दसो कोई होर राजा हो सकता है तो उस परमात्मा का जो नाम मेरे हृदय में टिक जाता है तो मेरा मन मन जाता है कि उस परमात्मा तो वड्डा कोई होर हो ही नहीं सकता सारी कायनात की सारी सृष्टि दे विच वो एक परमात्मा है जिहड़ा है सब तो वड्डा है तू दस कोई होर इस तो वड्डा हो सकता है अंतले पते दे विच हुण कबीर जी गल इत्थे मुकांदे हन कि ऐसे ज्ञान प्रगटिया पुरखोत्तम कहो कबीर रंग राता और दुनी सब परम भुलानी मन राम रसायन माता कहते यह तरीका है हुण तू समझ लै तू पूछ रहा सी कि भाई मेरी ये अवस्था किवें बनी है तो इंज बनी है ऐसे ज्ञान प्रगटिया पुरखोत्तम इस तरीके दे नाल वो पुरखोत्तम पुरुष उत्तम पुरखोत्तम लफ्ज बनया है दो लफ्ज़ों की संधि तो पुरुष जमा उत्तम पंजाबी का जो पुरुष का रूप है वो है पुरख तो पुरखोत्तम उत्तम पुरुष सब तो प्रभु दा परमात्मा वास्ते आया है तो ऐसे ज्ञान प्रज्ञा पुरखोत्तम उस पुरखोत्तम जो सब तो उत्तम पुरख है यानी परमात्मा है ओदा ये ज्ञान ओदी पछाण जिहड़ी है वो मेरे हृदय विच प्रगट हो गई है उस दे करके फिर हुण कहो कबीर रंग राता रंग तो भाव हुंदा है प्यार तो मैं उस प्रभु के प्यार दे विच रंगिया गया हाँ मेरी ऐसी अवस्था बन गई है कि हुण जद मैनूं सब कुछ ये गल समझ आ ही गई है कि सारी इस कायनात के अंदर उस प्रभु तो वड्डा कोई है ही नहीं है और उसका नाम मैं श्वास श्वास जप रहा हाँ तो मेरे अंदर उस प्रभु के इन्ना प्यार गूढ़ा पैदा हो गया है कि मैं वो रंग ही रंगिया गया हाँ मेरे अंदर सिर्फ वो प्यार ही प्यार है तो मैनूं ये गल नज़र आ रही है बाकी की दुनिया सब और दुनी सब परम भुलानी
ਦੁਨੀਆ ਸਾਰੀ ਤਾਂ ਹੋਰ ਹੀ ਭਟਕ ਰਹੀ ਹੈ, ਭੁਲੇਖਿਆਂ 'ਚ ਪਈ ਹੋਈ ਹੈ। ਉਹਨੂੰ ਤਾਂ ਮਾਇਆ ਨੇ ਸਭ ਨੂੰ ਫਸਾ ਕੇ ਰੱਖਿਆ ਹੋਇਆ ਤੇ ਲੋਕ ਮਾਇਆ ਦੇ ਮਗਰ ਹੀ ਤੁਰੀ ਜਾ ਰਹੇ ਹਨ। ਦੁਨੀਆ ਸਾਰੀ ਉਸ ਮਾਇਆ ਦੀ ਚੱਕਰਾਂ 'ਚ ਹੀ ਫਸੀ ਹੋਈ ਹੈ। ਪਰ ਮੇਰਾ ਮਨ ਜਿਹੜਾ ਹੈ ਰਾਮ ਰਸਾਇਣ ਮਾਤਾ, ਪ੍ਰਮਾਤਮਾ ਜੋ ਸਰਵ ਵਿਆਪਕ ਪ੍ਰਮਾਤਮਾ ਹੈ ਅਤੇ ਜੋ ਰਸਾਂ ਦਾ ਸੋਮਾ ਹੈ, ਸਾਰੇ ਰਸਾਂ ਦਾ ਜੋ ਘਰ ਹੈ, ਰਸਾਇਣ ਦਾ ਅਰਥ ਹੈ ਰਸ ਜਮਾ ਆਇਨ, ਭਾਵ ਰਸਾਂ ਦਾ ਘਰ। ਉਹ ਸਾਰੇ ਸਵਾਦਾਂ ਦਾ, ਸਾਰੇ ਤਾਂ ਦੁਨੀਆ ਦਾ ਝੂਠੇ ਸ਼ਰਾਬ ਦੇ ਰਸਾਂ ਦੇ ਵਿੱਚ ਭੁੱਲੀ ਹੋਈ ਹੈ। ਪਰ ਮੈਂ ਉਸ ਪ੍ਰਭੂ ਪਰਮਾਤਮਾ ਸਰਵ ਵਿਆਪਕ ਪ੍ਰਭੂ ਦੇ ਨਾਮ ਦੇ ਰਸ ਦੇ ਵਿੱਚ ਮਸਤ ਹੋਇਆ ਹੋਇਆ ਹਾਂ। ਮਾਤਾ ਤੋਂ ਭਾਵ ਹੈ ਮਸਤ ਹੋਇਆ ਹੋਇਆ। ਤਾਂ ਮੇਰੀ ਐਸੀ ਅਡੋਲ ਅਵਸਥਾ ਬਣ ਗਈ ਹੈ ਵੀ ਇਸ ਰਸ ਤੋਂ ਬਾਹਰ ਮੈਂ ਕਿਧਰੇ ਜਾਂਦਾ ਹੀ ਨਹੀਂ। तो ये कबीर जी ने जो है अपनी अवस्था का बयान किया है। इसे अडोल अवस्था की गल गुरबाणी च होर इस तरह भी की गई है। सहज की अकथ कथा है निरारी, तुल नहीं चढ़े जाए ना मुकाती, पल की लगे ना पारी। तो ये सहज की अडोलता की अवस्था ऐसी है जो अपने वर्गी आप ही है। ਇਹਦਾ ਸਹੀ ਸਰੂਪ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਇਹ ਕਿਸੇ ਵੀ ਚੰਗੇ ਤੋਂ ਚੰਗੇ ਸੁੱਖ ਦੇ ਨਾਲ ਤੋਲੀ ਮਿਲੀ ਨਹੀਂ ਜਾ ਸਕਦੀ। ਇਹ ਨਹੀਂ ਕਿਹਾ ਜਾ ਸਕਦਾ ਕਿ ਦੁਨੀਆ ਦੇ ਕਿਸੇ ਵਧੀਆ ਤੋਂ ਵਧੀਆ ਕਿਸੇ ਸੁੱਖ ਨਾਲੋਂ ਇਹ ਘੱਟ ਹੈ ਜਾਂ ਵੱਧ ਹੈ। ਕੋਈ ਕੰਪੈਰੀਜ਼ਨ ਨਹੀਂ ਕਰ ਸਕਦਾ। ਇਹ ਚੀਜ਼ ਐਸੀ ਹੈ ਜਿਹਨੂੰ ਗੁਰਬਾਣੀ ਵਿੱਚ ਅਕਥ ਕਥਾ ਕਿਹਾ ਹੈ। ਤਾਂ ਇਸੇ ਹੀ ਭਾਵ ਨੂੰ ਕਬੀਰ ਜੀ ਨੇ ਆਪਣੇ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਇਹ ਕਹਿ ਕੇ ਬਿਆਨ ਕੀਤਾ ਹੈ ਕਿ ਅਚਰਜ ਏਕ ਸੁਨੋ ਰੇ ਪੰਡਿਆ ਅਬ ਕੁਛ ਕਹਿਣ ਨਾ ਜਾਏ। ਇਹਦੇ ਬਾਰੇ ਕੁਝ ਲਫ਼ਜ਼ਾਂ 'ਚ ਬਿਆਨ ਕਰਨਾ ਮੁਮਕਿਨ ਨਹੀਂ ਹੈ, ਕਿਹਾ ਨਹੀਂ ਜਾ ਸਕਦਾ। ਸੋ ਸਾਰੇ ਸ਼ਬਦ ਦਾ ਜੋ ਸਾਰ ਹੈ ਕਿ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਨਾਲ ਮਨ ਵਿੱਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ। ਉਹ ਕੰਟੀਨਿਊਸਲੀ ਮਨ ਦੇ ਅੰਦਰ ਉਹਦਾ ਪ੍ਰਭਾਵ ਪੈ ਜਾਂਦਾ ਹੈ। ਉਹ ਸਵਾਦ ਦਾ ਅਸਲ ਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ ਤੇ ਹਿਰਦਾ ਉਸੇ ਦੇ ਸਿਮਰਨ ਤੇ ਪਿਆਰ ਵਿੱਚ ਭਿੱਜੇ ਰਹਿੰਦੇ ਹਨ। ਸਵਾਸ ਉਹਦੀ ਯਾਦ ਵਿੱਚ ਬੀਤਦਾ ਹੈ। ਸਾਰੇ ਜਗਤ ਵਿੱਚ ਪ੍ਰਭੂ ਹੀ ਸਭ ਤੋਂ ਵੱਡਾ ਦਿਸਦਾ ਹੈ ਤੇ ਉਹਦੇ ਪਿਆਰ ਦੇ ਵਿੱਚ ਮਨ ਮਸਤ ਰਹਿੰਦਾ ਹੈ। तो ये शब्द का सार है। तो हुण जिस अडोल अवस्था की, जिस अकथ कथा की गल कबीर जी ने की है, आओ उस शब्द का पाठ अंत विच सुनिए जी। श्री राम भगत कबीर जी, अचरज एक सुनो रे पंडिया, अब किछ कहन न जाई, सुर नर गन गंधर्व जिन मोहे, त्रिभुवन में खुली लाई, राजा राम अनहद किंगुरी बाजे, जाके दिष्ट नाद लिव लागे, राजा राम अनहद किंगुरी बाजे, जाके दिष्ट नाद लिव लागे, पाठी गगन सिंगियार चुंगिया, कनक कलश एक पाया, तिसमें तार चुए अत निर्मल,
रास में रसन चुआया। एक जो बात अनूप बनी है, पवन प्याला साजिया। तीन पवन में एको जोगी, कहो कवन है राजा। ऐसे ज्ञान प्रगट्या पुरखोत्तम, कहो कबीर रंग राता। और दुनी सब परम पुलानी, मन राम रसायन माता। और दुनी सब परम पुलानी, मन राम रसायन माता। आप सब का बहुत बहुत धन्यवाद। अंत ਵਿੱਚ ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।